ਖੇਤੀਬਾੜੀ ਕੋਈ ਪ੍ਰੋਫਿਟ ਦੇ ਲਈ ਨਹੀਂ ਆ। ਕੀ ਪ੍ਰਧਾਨ ਮੰਤਰੀ ਮੋਦੀ ਨੂੰ ਸਮਝ ਨਹੀਂ ਆ ਰਿਹਾ? ਮੋਦੀ ਨੂੰ ਸਮਝ ਨਹੀਂ ਆ ਰਹੀ ਜਾਂ ਨਹੀਂ ਆ ਰਹੀ ਤੇ ਮੈਨੂੰ ਕੀ ਪਤਾ। ਤੁਹਾਨੂੰ ਲੱਗਦਾ ਇਸ ਬਿੱਲ 'ਚ ਕਮੀਆਂ ਨੇ? ਜ਼ਰੂਰ ਹੈਗੀਆਂ। ਪੈਸਾ ਜਿਹਦੇ ਕੋਲੋਂ ਆਉਂਦਾ ਉਹਨੂੰ ਕਹਿੰਦਾ ਜੀ ਮੇਰੇ ਕੋਲ ਹੋਰ ਆਈ ਜਾਏ, ਹੋਰ ਆਈ ਜਾਏ। ਇਹੀ ਇਲਜ਼ਾਮ ਪ੍ਰਧਾਨ ਮੰਤਰੀ ਮੋਦੀ ਤੇ ਲੱਗ ਰਿਹਾ ਹੈ ਕਿ ਸਭ ਨੂੰ ਪਤਾ ਕਿ ਅਡਾਨੀ ਹੋਰਾਂ ਦੀ ਮੋਦੀ ਹੋਰਾਂ ਨਾਲ ਪੂਰੀ ਸਿਰੇ ਦੀ ਯਾਰੀ ਆ। ਸਾਰੇ ਪੰਜਾਬ ਤੇ ਕਬਜ਼ਾ ਹੋ ਜੂ ਬਾਨੀ ਅਡਾਨੀ ਦਾ, ਇਹ ਕਹਿ ਰਹੇ ਆ ਕਿਸਾਨ। ਉਹੀ ਆ, ਬਾਕੀ ਪਲੇਅਰ ਖਤਮ ਕਰਤੇ ਨਾ। ਦੇਖੋ ਇਹ ਹਰ ਥਾਂ ਤੇ ਹੁੰਦਾ। ਕਿਸਾਨਾਂ ਨੂੰ ਇਹ ਫਿਕਰ ਆ ਕਿ ਇਹ ਦੋ ਪਲੇਅਰ ਆਉਣਗੇ, ਇਹ ਆ ਕੇ ਸਾਨੂੰ ਖਤਮ ਕਰ ਦੇਣ। ਬੀਜੇਪੀ ਦੇ ਬਹੁਤ ਨੇੜਲੇ ਜਿਹੜੇ ਵਪਾਰੀ ਨੇ ਉਹ ਵਿਰੋਧ ਕਰ ਰਹੇ ਨੇ, ਆੜਤੀ ਵਿਰੋਧ ਕਰ ਰਹੇ ਨੇ। ਲੋਕ ਕਹਿੰਦੇ ਆ ਦੋ ਹੀ ਘਰਾਣਿਆਂ ਦਾ ਵਿਕਾਸ ਅਡਾਨੀ ਬਾਨੀ ਦਾ ਹੋ ਰਿਹਾ। ਸਾਰੀ ਕੈਪੀਟਲ ਕਮਿਊਨਿਸ਼ਨ ਅਡਾਨੀ ਬਾਨੀ ਕੋਲ ਚਲੀ ਗਈ। ਇਸ ਢੰਗ ਦੇ ਜਿਹੜੇ ਬੋਲਣ ਵਾਲੇ ਆ ਨਾ, ਦੇ ਆਰ ਆਲ ਕਮਿਊਨਿਸਟਸ। ਤੁਹਾਨੂੰ ਲੱਗਦਾ ਪੰਜਾਬ ਤੇ ਖਾਲਿਸਤਾਨੀ ਕਾਮਰੇਡ ਇੱਕ ਫਰੰਟ ਤੇ ਨੇ? ਹਾਂ, ਦੇ ਆਰ ਬਿਲਕੁਲ ਹੈਗੇ ਨੇ। ਜਮਾਖੋਰੀ ਹੈ ਜਿਹੜੀ ਉਹ ਲੋਕਾਂ ਦੇ ਤਾਂ ਖਿਲਾਫ ਆ ਨਾ। ਉਹ ਕੋਈ ਵੀ ਕਰੇ ਤਾਂ ਖਰਾਬ ਹੈ। ਉਹਦੇ 'ਚ ਇਜਾਜ਼ਤ ਮਿਲ ਗਈ ਕਿ ਜਮਾਖੋਰੀ ਕਰ ਸਕਦੇ ਹੋ ਤੁਸੀਂ। ਉਹ ਸਾਰੇ ਵਰਗਲਾਏ ਹੋਏ ਲੋਕ ਨੇ। ਪੰਜਾਬ ਦੇ ਸਾਰੇ ਕਿਸਾਨ ਜਿਹੜੇ ਸੜਕਾਂ ਤੇ ਬੈਠੇ ਨੇ ਵਰਗਲਾਏ ਹੋਏ ਨੇ। ਤੇ ਉਹ ਕਹਿੰਦੇ ਅਸੀਂ ਸਮਝਨੇ ਨਹੀਂ, ਸਾਨੂੰ ਪਤਾ ਬਿੱਲ ਕੀ ਨੇ, ਸਾਨੂੰ ਪਤਾ। ਐਸਾ ਤੇ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਪੜ੍ਹੀ ਹੈ? ਨਹੀਂ, ਮੈਂ ਨਹੀਂ ਪੜ੍ਹੀ। ਚਲੋ ਵਿਰੋਧੀਆਂ ਨੇ ਤਾਂ ਬੀਜੇਪੀ ਖਿਲਾਫ ਪ੍ਰਚਾਰ ਕਰਨਾ ਸੀ, ਆਪਾਂ ਮੰਨ ਲੈਂਦੇ ਆ। ਇਹ ਤਾਂ ਆਪਣੇ ਸੀਗੇ, ਆਪਣੇ ਕਿਉਂ ਦੂਰ ਹੋ ਗਏ ਤੁਹਾਡੇ ਅਲਾਈਅੰਸ ਪਾਰਟਨਰ? ਉਹਨਾਂ ਨੂੰ ਪੁੱਛਿਆ ਜਾਏ ਮੈਨੂੰ ਇਹਦੇ ਬਾਰੇ ਕੀ ਹੈ। ਨੇ ਆਰਐਸਐਸ ਕਿਸੇ ਨਾ ਕਿਸੇ ਤਰੀਕੇ ਨਾਲ ਚਰਚਾ 'ਚ ਆ ਜਾਂਦੀ ਹੈ। ਸਾਨੂੰ ਲੱਗਿਆ ਆਰਐਸਐਸ ਦੇ ਪੰਜਾਬ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਇਹਨਾਂ ਸਾਰੇ ਮਸਲਿਆਂ ਬਾਰੇ। ਉਹ ਕੀ ਸੋਚਦੇ ਨੇ, ਪੰਜਾਬ ਬਾਰੇ ਕੀ ਸੋਚ ਰਹੇ ਨੇ, ਔਰ ਖੇਤੀ ਦੇ ਮਸਲੇ ਤੇ ਉਹਨਾਂ ਦੀ ਸਮਝ ਕੀ ਹੈਗੀ। ਸਾਡੇ ਨਾਲ ਨੇ ਬ੍ਰਿਜ ਭੂਸ਼ਣ ਸਿੰਘ ਬੇਦੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਿੰਦੇ ਨੇ ਉਹ ਵੱਖ-ਵੱਖ ਮਸਲਿਆਂ ਦੇ ਉੱਤੇ। ਭੂਸ਼ਣ ਜੀ, ਸਭ ਤੋਂ ਪਹਿਲਾ ਸਵਾਲ ਮੇਰਾ ਇਹ ਆ ਤੁਹਾਨੂੰ, ਖੇਤੀਬਾੜੀ ਬਿੱਲ ਨੇ, ਮੋਹਨ ਭਾਗਵਤ ਹੋਰਾਂ ਦਾ ਮੈਂ ਬਿਆਨ ਪੜ੍ਹਿਆ, ਕਿਸਾਨ ਸੰਘ ਦੀ ਇੱਕ ਸਭਾ ਦੇ ਅੰਦਰ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਕਿ ਖੇਤੀਬਾੜੀ ਕੋਈ ਪ੍ਰੋਫਿਟ ਦੇ ਲਈ ਨਹੀਂ ਹੈ, ਮਨੀ ਬਣਾਉਣ ਲਈ ਨਹੀਂ ਹੈ, ਪੈਸੇ ਬਣਾਉਣ ਲਈ ਨਹੀਂ ਹੈ, ਇਹ ਤਾਂ ਸਾਡੇ ਲਈ ਧਰਮ ਆ, ਖੇਤੀ ਸਾਡੇ ਲਈ ਧਰਮ ਆ। ਇਹ ਮੋਹਨ ਭਾਗਵਤ ਜੀ ਦਾ ਬਿਆਨ ਆ। ਕੀ ਪ੍ਰਧਾਨ ਮੰਤਰੀ ਮੋਦੀ ਨੂੰ ਸਮਝ ਨਹੀਂ ਆ ਰਿਹਾ? ਤੇ ਉਹਨੂੰ ਪੁੱਛੋ, ਮੈਨੂੰ ਕੀ ਪੁੱਛਦੇ ਹੋ? ਮੈਂ ਮੋਦੀ ਨੂੰ ਸਮਝ ਨਹੀਂ ਆ ਰਹੀ ਜਾਂ ਨਹੀਂ ਆ ਰਹੀ ਤੇ ਮੈਨੂੰ ਕੀ ਪਤਾ। ਉਹਨਾਂ ਨੇ ਦੇਖੋ ਗੱਲ ਇਹ ਹੈ, ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਕੋਈ ਨੀਅਤ ਦੇ ਵਿੱਚ ਫਰਕ ਹੈ। ਕਾਰਨ ਇਹ ਹੈ ਕਿ ਬਿੱਲ ਸ਼ਾਇਦ ਤੁਸੀਂ ਵੀ ਪੂਰੇ ਪੜ੍ਹੇ ਕਿ ਨਹੀਂ ਪੜ੍ਹੇ ਮੈਨੂੰ ਨਹੀਂ ਪਤਾ। ਮੈਂ ਵੀ ਪੜ੍ਹੇ ਹੈ। ਮੈਨੂੰ ਉਹਦੇ 'ਚ ਕੋਈ ਹੋ ਸਕਦਾ ਵੀ ਕੁਛ ਇੱਕ ਦੋ ਗੱਲਾਂ ਮੈਨੂੰ ਵੀ ਹੈਗੀਆਂ। ਮੈਂ ਆਈ ਕੈਨ ਕੁਐਸਚਨ ਦੈਮ। ਮੈਂ ਪੁੱਛ ਸਕਦਾ ਉਹਨਾਂ ਨੂੰ, ਜਾਂ ਪੁੱਛਿਆ ਵੀ ਹੈ ਮੈਂ ਇੱਕ ਦੋ। ਜਿਵੇਂ ਜਿੱਦਾਂ ਮੈਂ ਪੁੱਛਿਆ ਵੀ ਤੁਸੀਂ ਜਿੱਦਾਂ ਇਹਦੀ ਡਬਲਿੰਗ ਦੀ ਗੱਲ ਆਈ ਕਿ ਵੀ ਅਸੀਂ ਇਨਕਮ ਡਬਲ ਕਰਾਂਗੇ ਕਿੱਦਾਂ ਕਰਾਂਗੇ? ਤੁਹਾਨੂੰ ਕਾਸਟ ਪ੍ਰਾਈਸ ਕਿੱਦਾਂ ਹੋਏਗੀ? ਤੁਸੀਂ ਕਾਸਟ ਪ੍ਰਾਈਸ ਕੱਢੋਗੇ ਤਾਂ ਹੀ ਡਬਲ ਹੋਏਗੀ ਨਾ। ਇੱਕ ਕੋਈ ਸਾਈਕਲ ਬਣਾਉਂਦਾ ਹੈ, ਕੋਈ ਮੋਟਰਸਾਈਕਲ ਬਣਾਉਂਦਾ ਹੈ, ਕੋਈ ਸ਼ੂਜ਼ ਬਣਾਉਂਦਾ ਹੈ, ਉਹਦੀ ਕਾਸਟ ਪ੍ਰਾਈਸ ਉਹ ਕੱਢਦਾ, ਜਿਹੜਾ ਸਮਝੋ ਉਹੀ ਕਰਦੇ ਆ ਨਾ। ਉਹਨੇ ਆਪਣੀ ਉਹਦੇ ਵਿੱਚ ਜਿਹੜੀ ਉਹਨੇ ਕੈਪੀਟਲ ਲਗਾਇਆ ਹੈ, ਉਹਦਾ ਖਰਚਾ, ਉਹਦੇ 'ਚ ਇੰਟਰਸਟ ਜਿਹੜੀ ਲੱਗਦੀ ਹੈ ਉਹ ਲੱਗਦਾ ਹੈ, ਜਾਂ ਜਿਹੜੀ ਉਹਦੀ ਡੈਪਰੀਸੀਏਸ਼ਨ ਹੁੰਦੀ ਹੈ ਉਹ ਲੱਗਦੀ ਹੈ। ਅਤੇ ਮੈਂ ਕਿਸਾਨ ਦੇ ਵੀ ਕੁਛ ਐਸਾ ਹੁੰਦਾ ਹੈ ਕਿ ਨਹੀਂ ਹੁੰਦਾ? ਪੁੱਛਿਆ ਮੈਂ ਕਿਸੇ ਇੱਕ ਦਿਨ ਨੂੰ, ਕਿਸੇ ਬੀਜੇਪੀ ਵਾਲੇ ਨੂੰ ਪੁੱਛਿਆ, ਮੈਂ ਕਿਹਾ ਵੀ ਇਹਦਾ ਮੈਨੂੰ ਇੱਕ ਨੇ ਉਹਨੇ ਕਿਹਾ, ਕਹਿੰਦਾ ਜੀ ਵੀ ਇਹ ਕਿਸਾਨ ਦੀ ਤਾਂ ਜ਼ਮੀਨ ਉਹਨੂੰ ਜੱਦੀ ਚਲੀ ਜਾਂਦੀ ਹੈ। ਮੈਂ ਕਿਹਾ ਜੱਦੀ ਨਹੀਂ ਚਲੀ ਜਾਂਦੀ, ਜੱਦੀ ਤੋਂ ਇਲਾਵਾ ਆਦਮੀ ਖਰੀਦਦਾ ਵੀ ਹੈ। ਮੈਂ ਕਿਹਾ ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਮੇਰੀ ਜੱਦੀ ਜ਼ਮੀਨ ਹੈਗੀ ਹੈ ਅਤੇ ਪਰ ਮੈਂ 12 ਏਕੜ ਖਰੀਦੀ ਵੀ ਹੈ। ਅਤੇ ਮੈਂ ਕਿਹਾ ਉਹਦੀ ਕੋਈ ਡੈਪਰੀਸੀਏਸ਼ਨ ਜਾਂ ਉਹਦੀ ਜੋ ਕੁਛ ਕੈਪੀਟਲ ਸੀਗੀ ਉਹਦੇ ਤਾਂ ਵੀ ਕੋਈ ਇੰਟਰਸਟ ਜਿਹੜਾ ਹੈਗਾ ਉਹ ਵਿੱਚ ਕਾਊਂਟ ਹੋਏਗਾ ਕਿ ਨਹੀਂ ਹੋਏਗਾ? ਸੁਣਦੇ ਬੀਜੇਪੀ ਵਾਲੇ ਗੱਲ ਸੁਣਦੇ ਆ? ਸੁਣਨ ਨੂੰ ਤੇ ਜੇ ਕਰਨਾ ਹੈਗੇ ਹੁਣ ਸੁਣਨਾ ਹੀ ਹੈ। ਨਹੀਂ, ਗੱਲ ਸੁਣਨ ਦਾ ਮਤਲਬ ਇੰਪਲੀਮੈਂਟੇਸ਼ਨ ਦਾ। ਇਹ ਐਸਾ ਹੈ ਕੁਛ ਨਾ ਕੁਛ ਕਮੀ। ਦੂਜੀ ਗੱਲ ਕਿਹੜੀ ਆ? ਐਸਾ ਦੇਖੋ, ਜਿੱਦਾਂ ਹੁਣ GST ਸੀਗਾ, GST ਲੱਗਾ, ਜਦੋਂ ਚੱਲਦੀ ਹੈ ਪਤਾ ਲੱਗਦਾ ਵੀ ਇਹ ਕਮੀਆਂ ਹੋਈਆਂ, ਕਈ ਵਾਰੀ ਉਹ ਚੇਂਜਸ ਆਈਆਂ ਨਾ, ਉਹਦੇ 'ਚ ਆਈਆਂ ਨਾ, ਇਹਦੇ 'ਚ ਵੀ ਐਸਾ ਹੋ ਸਕਦਾ। ਦੂਜੀ ਗੱਲ ਕਿਹੜੀ ਆ ਜਿਹੜੀ ਤੁਹਾਨੂੰ ਲੱਗਿਆ? ਹੋਰ ਇੱਕ ਗੱਲ ਆ ਜਿਹੜੀ ਜਿੱਦਾਂ ਇਹਨਾਂ ਦੇ ਆਇਆ ਕਿ ਬਈ ਕੋਈ ਵੀ ਆਦਮੀ ਜਿਹੜਾ ਹੈ ਉਹ ਜਿਹਦੇ ਕੋਲ ਇਹਦਾ ਤੁਹਾਡਾ ਇਨਕਮ ਟੈਕਸ ਦਾ ਜਿਹਦੇ ਕੋਲ ਪੈਨ ਕਾਰਡ ਹੈ ਉਹ ਖਰੀਦ ਸਕਦਾ ਹੈ। ਦੈਟ ਵਾਜ਼ ਰੌਂਗ ਹੈ ਨਾ। ਉਹ ਪੈਨ ਕਾਰਡ ਤਾਂ ਕਿਸੇ ਕੋਲ ਅੱਜ ਕੱਲ੍ਹ ਜਣੇ ਖੜੇ ਕੋਲ ਹੈ। ਮਤਲਬ ਇਹ ਵੀ ਉਹਦੇ 'ਚ ਕਿਸਾਨ ਸੰਘ ਦੀ ਵੀ ਉਹਦੀ ਸੀਗੀ ਕਿ ਵੀ ਤੁਸੀਂ ਐਸਾ ਕਰੋ ਕਿ ਇੱਕ ਤਾਂ ਇਹ ਵੀ ਉਹ ਸਟੇਟ ਦੇ ਵਿੱਚ ਵੀ ਉਹ ਸੈਂਟਰ ਦੇ ਕੋਲ ਹੀ ਜਿਹੜਾ ਖਰੀਦਦਾਰ ਹੈ ਉਹ ਰਜਿਸਟਰ ਹੋਣਾ ਚਾਹੀਦਾ। ਦੂਸਰਾ ਇਹ ਹੈ ਕਿ ਬੈਂਕ ਦੀ ਗਰੰਟੀ ਹੋਵੇ ਉਹਦੇ ਕੋਲ। ਮਨੋਂ ਖਰੀਦ ਕੇ ਲੈ ਗਿਆ ਇੱਥੋਂ
ਇੱਥੋਂ ਕੋਈ ਆਇਆ ਬਾਹਰੋਂ ਆ ਗਿਆ, ਉਹਨੇ ਖਰੀਦ ਲਿਆ। ਮੇਰਾ ਝੋਨਾ ਹੀ ਹੈ, ਮਸਲ ਜੋ ਇੱਥੋਂ ਮੈਂ ਜੋ ਖਰੀਦ ਕੇ ਲੈ ਗਿਆ, ਦੇ ਦਿੱਤਾ, ਆੜਤੀ ਨੇ ਵੀ ਦੇ ਦਿੱਤਾ ਜਾਂ ਕਿਸ ਤਰ੍ਹਾਂ ਵੀ ਤੇ ਹੋ ਗਿਆ। ਹੁਣ ਉਹ ਪੈਸੇ ਬਾਹਰ ਚਲੇ ਗਿਆ ਕਿਤੇ, ਉੱਥੇ ਮੰਨੋ ਉਹ ਯੂਪੀ ਚਲੇ ਗਿਆ, ਤੇ ਮੈਂ ਉਹ ਕਿਤੇ ਮਗਰ ਫਿਰਾਂਗਾ ਉੱਥੇ। ਨੈਚੁਰਲ ਲੱਗੇ ਨਹੀਂ ਉਹ ਵੀ ਹਾਲੀ ਇਹਨਾਂ ਕੋਲ ਰਹਿੰਦੀ ਹੈ ਗੱਲ ਨਹੀਂ। ਕਈ ਵਾਰੀ ਕਮੀਆਂ ਆਖਿਰਕਾਰ ਦੇਖੋ, ਬਣਾਉਣ ਵਾਲੇ ਬਹੁਤ ਸਾਰੇ ਹੁੰਦੇ ਆ। ਤੁਹਾਨੂੰ ਲੱਗਦਾ ਇਸ ਬਿੱਲ 'ਚ ਕਮੀਆਂ ਨੇ? ਹੈ ਕਮੀਆਂ, ਕੁਛ ਹੈ ਜ਼ਰੂਰ ਹੈਗੀਆਂ, ਕਮੀਆਂ ਤਾਂ ਹੈਗੀਆਂ, ਪਰ ਠੀਕ ਹੋਣਗੀਆਂ। ਹੈਗੀਆਂ ਕੁਛ, ਮੈਨੂੰ ਲੱਗਦਾ। ਮੈਂ ਤੁਹਾਨੂੰ ਦੋ ਠੀਕ ਹੋਣਗੀਆਂ। ਹੈ ਠੀਕ ਹੋਣਗੀਆਂ, ਜ਼ਰੂਰ ਹੋਣਗੀਆਂ, ਕਿਉਂ ਨਹੀਂ ਹੋਣਗੀਆਂ? ਹੁਣ ਤੱਕ ਤੇ ਪ੍ਰਧਾਨ ਮੰਤਰੀ ਮੋਦੀ ਦਾ ਸਿੱਧੇ ਬਿਆਨ ਆਉਂਦੇ ਨੇ ਕਿ ਇਹਦੇ ਕੋਈ ਅਸੀਂ ਰੀਥਿੰਕ ਨਹੀਂ ਕਰਾਂਗੇ। ਐਸਾ ਨਹੀਂ ਕਿਤੇ ਗਿਆ। ਉਹਨਾਂ ਨੇ ਇਹ ਕਿਹਾ ਕਿ ਵੀ MSP ਦੀ ਗੱਲ ਆਉਂਦੀ ਹੈ, ਤੇ MSP ਅੱਗੇ ਵੀ ਚਲਦੀ ਆਈ ਚਲੀ ਆਣੀ ਹੈ। ਵੈਸੇ ਵੀ ਅਸੀਂ ਸੋਚੀਏ, ਵਿਚਾਰ ਕਰੀਏ, MSP ਔਰ FCI ਦੀ ਖਰੀਦ ਜਿਹੜੀ ਹੈ ਨਾ ਜੀ, ਇਹ ਉਹਨਾਂ ਦੀ ਮਜਬੂਰੀ ਹੈ। ਕਾਰਨ ਇਹ ਹੈ ਕਿ ਦੇਖੋ 2 ਰੁਪਏ ਕਣਕ ਦੇਣੀ, ਕਿੰਨੇ ਬੰਦੇ ਨੂੰ ਦਿੰਦੇ ਆ? ਅੱਜ ਮੇਰਾ ਖਿਆਲ ਪਤਾ ਨਹੀਂ ਕਿ ਇਹਨਾਂ ਦੀ ਕੋਈ ਆਇਆ ਸੀ ਆંકੜਾ, ਕੋਈ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ PDS ਦੇ ਵਿੱਚ ਜਿਹੜਾ ਹੈ, ਤੇ 3 ਰੁਪਏ ਕਿਲੋ ਚਾਵਲ। ਹੁਣ ਉਹ ਕਿੱਥੋਂ ਇੰਨੇ ਚੌਲ ਜਿਹੜੇ ਹੈ, ਇਹ ਇੰਨੇ ਕਣਕ ਜਿਹੜੀ ਹੈ ਕਿੱਥੋਂ ਲਿਆਣੀ? ਉੱਥੇ ਖਰੀਦਣਗੇ ਨੈਚੁਰਲੀ। ਹੁਣ ਜਿਹੜੀ ਭਾਅ ਤੇ ਹੈਗਾ, ਜੋ ਇਹਨਾਂ ਨੇ ਫਿਕਸ ਕੀਤੀ ਹੈ, ਉਹਦੇ ਮੁਤਾਬਕ ਜੋ ਵੀ ਖਤਮ ਕਰਨ ਬਾਰੇ ਸੋਚ ਲਿਆ ਹੋਵੇ। ਐਸਾ ਕਿਤੇ ਖਤਮ ਕਰਨੇ ਮਿਨਿਸਟਰ ਦਿੰਦਾ, ਅੱਜ ਤੱਕ ਹੁਣ ਤੱਕ ਚਲਿਆ ਆਉਂਦਾ, ਕਿੰਨੇ ਦੇਰ ਤੋਂ ਚਲਿਆ ਆਇਆ ਇਹ? ਮੈਂ ਕਿਹਾ 72-73 ਤੋਂ ਸ਼ੁਰੂ ਹੋਈ ਸੀ, ਉਹ ਹਾਲੀ ਤੱਕ ਉਹ ਚਲੀ ਆਉਂਦੀ ਹੈ। ਅੱਗੇ ਕਿਤੇ ਖਤਮ ਹੋਏਗਾ? ਹੁਣ ਉਹ ਸਾਰੇ ਮਿਨਿਸਟਰ ਕਹਿੰਦਾ, PM ਕਹਿੰਦਾ ਵੀ ਉੱਥੇ ਨਹੀਂ ਹੋਈ, ਖਤਮ ਹੋਏਗੀ, ਚਲੀ ਆਉਂਦੀ ਤੇ ਚਲੀ ਰਹੇਗੀ। ਦੇਖੋ ਕਮੀਆਂ ਹਰ ਚੀਜ਼ 'ਚ ਜਿਹੜੀ ਹੈ ਨਾ। ਥਰਡ ਪਾਰਟੀ ਦੀ ਗੱਲ ਆਈ, ਕਦੀ ਆੜਤੀਆਂ ਦੀ ਗੱਲ ਆਈ। ਥਰਡ ਪਾਰਟੀ ਤੇ ਕਿਤੇ ਨਾ ਕਿਤੇ ਰਹਿਣ ਵਾਲੀ ਹੈ, ਹਮੇਸ਼ਾ ਹੀ ਕੋਈ ਨਾ ਕੋਈ ਰਹੇਗੀ। ਅੱਜ ਤੁਸੀਂ ਆੜਤੀਆਂ ਨੂੰ ਕੱਢ ਦਿਓ, ਹੁਣ ਉਹ ਕਹਿੰਦੇ ਵੀ ਅਸੀਂ ਪੇਮੈਂਟ ਕਰਾਂਗੇ ਡਾਇਰੈਕਟ ਪੇਮੈਂਟ ਕਰਨਗੇ, ਤੇ ਕੀ ਹੋਏਗਾ? ਆੜਤੀ ਵਿੱਚੋਂ ਨਿਕਲ ਗਿਆ ਨਾ। ਆੜਤੀ ਫਿਰ ਉਹਨਾਂ ਕਿਸਾਨਾਂ ਨੂੰ ਪੈਸੇ ਕਿੱਦਾਂ ਦੇਗਾ? ਅੱਜ ਕਿਸਾਨ ਮਨੋ ਘਰ ਦੇ ਵਿੱਚ ਕਿਸਾਨ ਆਮ ਤੌਰ ਤੇ ਜਿਹੜੇ ਸਾਡੇ ਹੈ, ਕੋਈ ਬਹੁਤ ਬਿਲਕੁਲ ਬਹੁਤੇ ਜ਼ਿਆਦਾ ਤਾਂ ਕਿਸਾਨ ਨੂੰ 5-7 ਕਿੱਲੇ ਵਾਲੀ, ਕਿਸਾਨ 5-7 ਕਿੱਲੇ ਵੀ ਨਹੀਂ ਹੈਗੇ ਜੀ। ਹੁਣ ਇਹ ਕੈਰੋਂ ਦੇ ਵੇਲੇ ਉਦੋਂ 17 ਏਕੜ 17.5 ਏਕੜ ਇਹਨਾਂ ਨੇ ਫਿਕਸ ਕੀਤਾ ਸੀ। ਉਹਦੇ ਬਾਅਦ ਸਭ ਤੋਂ ਜ਼ਿਆਦਾ ਜਿਹੜੀਆਂ ਜੋਤਾਂ ਨੇ ਪੰਜਾਬ 'ਚੋਂ 2 ਕਿੱਲਿਆਂ ਤੋਂ ਲੈ ਕੇ 5 ਕਿੱਲਿਆਂ ਤੱਕ ਨੇ, ਜਿਹੜੇ ਜ਼ਿਆਦਾ ਜੋਤਾਂ ਨੇ। ਵੱਡੇ ਜਿਹੜੇ ਹੋਣਗੇ ਤੁਹਾਡੇ ਮਾਲਵੇ ਤੇ ਹੈਗੇ ਆ ਜੋਤਾਂ, ਜਿਹੜੀਆਂ 2 ਬਾਦਲ ਹੋ ਗਏ, ਅਮਰਿੰਦਰ ਹੋ ਗਏ, ਇੱਧਰ ਸਾਰੇ ਜਿਹੜੇ ਇਹਨਾਂ ਦੀਆਂ ਹੈਗੀਆਂ ਨੇ, ਜਿਹਨਾਂ ਉਦੋਂ ਕਈਆਂ ਨੇ ਆਪਣੇ ਮੱਝਾਂ ਦੇ ਨਾਂ ਤੇ ਵੀ ਕਰਵਾ ਲਏ ਸੀਗੇ। ਅਸੀਂ ਸੁਣਿਆ ਹੋਇਆ ਐਸਾ। ਕਿਹਨਾਂ ਨੇ? ਵੱਡੇ ਜਿਹੜੇ ਜਿਹਨਾਂ ਕੋਲ ਵੱਡੀ ਉਦੋਂ ਜ਼ਮੀਨਾਂ ਸੀਗੀਆਂ, ਜਿੰਨੀਆਂ ਕੋਲ ਸੈਂਕੜੇ ਕਿੱਲੇ ਸੀ ਨਾ, ਤੇ ਉਹ 17.5 ਏਕੜ ਰੱਖਣੀ ਹੈ, ਤੇ ਕਿਤੇ ਕਿੱਦਾਂ ਰੱਖਣੋ? ਇੱਕ ਜਣੇ ਤੇ ਰਹਿ ਨਹੀਂ ਸਕਦੀ ਕਿ ਤੋਂ ਵੱਧ। ਰਾਜਨੀਤੀ ਤੁਸੀਂ ਕਹਿੰਦੇ ਧਿਆਨ ਰੱਖਦੇ, ਤੁਸੀਂ ਇਹ ਧਿਆਨ ਰੱਖਦੇ ਹੋ ਕਿ ਅਮਰਿੰਦਰ ਕੋਲ ਕਿੰਨੀ ਜ਼ਮੀਨ ਆ, ਬਾਦਲ ਕੋਲ ਕਿੰਨੀ ਜ਼ਮੀਨ ਆ? ਪਤਾ ਸਾਨੂੰ ਇਹ ਆਖਿਰਕਾਰ ਅਸੀਂ ਰੋਜ਼ ਅਖਬਾਰ ਪੜ੍ਹਨੇ ਹੈ ਜੀ, ਰੋਜ਼ ਖਬਰਾਂ ਸੁਣਨੇ ਆ। ਕੋਈ ਮਤਲਬ ਇਹ ਥੋੜ੍ਹੀ ਮੱਝਾਂ ਦੇ ਨਾਲ ਕੀ ਨਹੀਂ ਕਰਾਈਆਂ ਸੀ ਜ਼ਮੀਨਾਂ? ਇਹ ਕੋਈ ਰਾਜਨੀਤੀ ਨਹੀਂ ਹੈ। ਰਾਜਨੀਤੀ ਬਾਰੇ ਧਿਆਨ ਰੱਖਣਾ, ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਸਮਾਜ ਦਾ ਹਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ, ਔਰ ਅਸੀਂ ਉਹਦੇ 'ਚ ਮੱਝਾਂ ਵਾਲੀ ਗੱਲ, ਮੱਝਾਂ ਦੇ ਨਾਂ ਜ਼ਮੀਨਾਂ ਕਰਾਤੀਆਂ, ਐਸਾ ਹੀ ਸੁਣਿਆ ਸੀ, ਅਸੀਂ ਵੀ ਸੁਣਿਆ ਹੋਇਆ, ਤੁਸੀਂ ਵੀ ਸ਼ਾਇਦ ਸੁਣਿਆ ਹੋਏਗਾ। ਕਿਹਨਾਂ ਨੇ ਕਰਾਈਆਂ? ਜਿਨ੍ਹਾਂ ਦੇ ਕੋਲ ਬਹੁਤੀ ਜ਼ਮੀਨਾਂ ਸੀ, 100 ਏਕੜ, 200 ਏਕੜ, 400 500 ਏਕੜ ਹੈਗੀਆਂ ਸੀ ਜ਼ਮੀਨਾਂ। ਇਹਨਾਂ ਨੇ ਰਾਜੇ ਰਜਵਾੜਿਆਂ ਕੋਲ ਤਾਂ ਬੜੀਆਂ ਸੀ ਨਾ, ਸਾਰੀਆਂ ਸੰਭਾਲੀਆਂ ਹੋਈਆਂ ਸੀ। ਹੁਣ ਵੀ ਦੇਖੋ ਨਾ, ਇੱਕ ਗੱਲ ਇਹ ਹੈ ਵੀ ਕਰਦੇ ਆ ਹੁਣ ਜਿੰਨੇ ਹੈਗੇ ਆ, ਹੁਣ ਬਾਦਲ ਨੇ, ਸੁਖਬੀਰ ਬਾਦਲ ਨੇ, ਹੁਣ ਹਰ ਇੱਕ ਤੁਹਾਡੀ ਹਰ ਇੰਡਸਟਰੀ 'ਚ ਮਤਲਬ ਮੇਰਾ ਜਿਹੜਾ ਨਾ ਹਿੱਸਾ ਹਾਂਜੀ ਹੋਣਾ ਚਾਹੀਦਾ। ਕੋਈ ਨਾ ਕੋਈ ਜਿਹੜੀ ਤੁਹਾਡੀ ਕੋਈ ਉਹ ਕਹਿੰਦੇ ਵੀ ਸਾਡਾ ਵੀ ਹਿੱਸਾ ਕੋਈ ਹੈਗਾ ਕਿ ਨਹੀਂ ਹੈਗਾ, ਉਹ ਮੰਗਦੇ ਕਰਦੇ ਉਹਨਾਂ ਦੀ। ਹੁਣ ਤੁਹਾਡੀ TV ਇੰਡਸਟਰੀ 'ਚ ਉਹਨਾਂ ਦੇ ਕੋਲ ਹੈ, ਕੋਈ ਬੱਸਾਂ ਦੇ ਵਿੱਚ ਉਹਨਾਂ ਦੇ ਨਾਲ ਹੈ, ਹੋਰ ਵੀ ਕਈ ਪਤਾ ਨਹੀਂ ਕਿੰਨੀਆਂ ਇੰਡਸਟਰੀਜ਼ ਹੋਣਗੀਆਂ ਜਿਹੜੀਆਂ ਉਹਨਾਂ ਨਾਲ ਚੱਲਦੀਆਂ ਕਰਦੇ ਆ। ਤੁਹਾਡੇ ਕੋਲ ਕੀ ਇਸ ਗੱਲ ਦਾ ਸਬੂਤ ਹੈ? ਮਤਲਬ ਉਹ ਕਹਿੰਦੇ ਸਬੂਤ ਦਿਓ ਇਸ ਗੱਲ ਦਾ। ਨਹੀਂ, ਸਬੂਤ ਦੇ ਨੋ ਇਟ, ਪਬਲਿਕਲੀ ਪਤਾ, ਉਹਨਾਂ ਨੂੰ ਪਤਾ, ਸਭ ਨੂੰ ਪਤਾ, ਦੁਨੀਆ ਨੂੰ ਪਤਾ ਹੈ। ਬਾਦਲ ਦੇ ਕੋਲ ਜਿਹੜੀਆਂ ਬੱਸਿਸ ਚੱਲਦੀਆਂ ਨੇ, ਹੁਣ ਇੰਡੋ ਕੈਨੇਡੀਅਨ ਤੁਹਾਡੀ ਜਲੰਧਰ ਸੀਗੀ, ਉਹ ਵੀ ਉਹਨਾਂ ਨੇ ਖਰੀਦੀ ਹੋਈ ਹੈ। ਇਹ ਸਭ ਨੂੰ ਪਤਾ ਨਾ, ਕਿ ਨਹੀਂ ਪਤਾ? ਤੇ ਮੈਂ ਵੀ ਉਹਦਾ, ਮੈਨੂੰ ਵੀ ਪਤਾ ਹੈ ਵੀ ਸਭ ਨੂੰ ਹਰ ਇੱਕ ਨੂੰ ਪਤਾ ਇਹਨਾਂ ਚੀਜ਼ਾਂ ਦਾ। ਬਾਕੀ ਥਾਵਾਂ ਦੇ ਉੱਤੇ ਵੀ ਮਤਲਬ ਅੱਜ ਜਿਹੜਾ ਨਾ ਜੋ ਪੈਸਾ ਜਿਹਦੇ ਕੋਲੋਂ ਆਉਂਦਾ, ਉਹਨੂੰ ਕਹਿੰਦਾ ਜੀ ਮੇਰੇ ਕੋਲ ਹੋਰ ਆਈ ਜਾਏ। ਤੇ ਚਾਹੀਦਾ ਤੇ ਹੈ ਐਕਚੁਅਲੀ ਤੇ ਹੈ ਵੀ ਉਹ ਜਦੋਂ ਪੋਲਿਟਿਕਸ ਜਿਹੜੀ ਹੁੰਦੀ ਸੀ ਨਾ ਜੀ। ਕਿਤੇ ਇਹ ਗੱਲ ਤਾਂ ਨਹੀਂ ਹੈਗੀ BJP ਨਾਲ ਗੱਠਜੋੜ ਟੁੱਟ ਗਿਆ ਤਾਂ ਬੋਲ ਰਹੇ ਹੋ ਤੁਸੀਂ? ਨਹੀਂ, ਮੈਂ ਐਸਾ ਨਹੀਂ, ਐਸੀ ਗੱਲ ਨਹੀਂ ਹੈ ਕੋਈ। ਇਹ ਤਾਂ ਅਸੀਂ ਆਪਾਂ ਹਮੇਸ਼ਾ ਹੀ ਕਹਿੰਦੇ ਹਾਂ, ਜਿਹੜੀ ਗੱਲ ਹੈ ਦੇਖੋ
ਜ਼ਮਾਨਾ ਸੀ ਨਾ ਕਦੀ, ਕਿਉਂਕਿ ਜਦੋਂ ਤੋਂ ਗੱਠਜੋੜ ਟੁੱਟਿਆ ਉਦੋਂ ਤੋਂ ਲਗਾਤਾਰ ਬੀਜੇਪੀ ਸੁਖਬੀਰ ਬਾਦਲ ਤੇ ਨਹੀਂ ਬਾਦਲ ਪਰਿਵਾਰ ਤੇ ਹਮਲੇ ਕਰ ਰਹੀ ਹੈ। ਐਸਾ ਹੈ ਕਿ ਦੇਖੋ ਗੱਲ ਇਹ ਹੈ ਵੀ ਇਹ ਉਹਦੇ ਤੇ ਨਹੀਂ ਹੈ, ਬਾਕੀ ਪਹਿਲਾਂ ਨਹੀਂ ਬੋਲਦੇ ਸੀ, ਪਹਿਲਾਂ ਨਹੀਂ ਬੋਲਦੇ ਸੀ, ਪਬਲਿਕ ਡੋਮੇਨ 'ਚ ਆਈ ਗੱਲ। ਇਹ ਕੋਈ ਮਤਲਬ ਇਹ ਕੋਈ ਐਸੀ ਗੱਲ ਨਹੀਂ ਹੈ। ਇਹ ਅਸੀਂ ਉਦੋਂ ਸਭ ਨੂੰ ਪਤਾ ਹੈ ਕਿ ਪਹਿਲਾਂ ਵੀ ਇਹ ਚੱਲਦਾ ਸੀ, ਹੁਣ ਵੀ ਚੱਲਦਾ ਹੈ। ਉਹ ਕੋਈ ਹੁਣ ਹਾਂ ਉਹਦੇ 'ਚ ਕੋਈ ਗੜਬੜ ਕਰਦਾ ਹੈ, ਬੇਈਮਾਨੀ ਕਰਦਾ ਦੀ ਗੱਲ ਹਰ ਇੱਕ। ਬਾਕੀ ਵੀ ਜਿਹੜੇ ਇੰਡਸਟਰੀਅਲਿਸਟ ਨੇ, ਜਿੰਨੇ ਇੰਡਸਟਰੀਅਲ ਵੱਡੇ ਵੱਡੇ ਹੈਗੇ ਨੇ, ਉਹ ਆਪਣੀ ਨੂੰ ਐਕਸਪੈਂਡ ਕਰਦੇ, ਇੰਡਸਟਰੀ ਨੂੰ ਐਕਸਪੈਂਡ ਕਰਦੇ ਹੀ ਕਰਦੇ ਹੈ। ਹੁਣ ਆ ਤੁਹਾਡਾ ਜਿਹੜਾ ਕਿ ਰਿਲਾਇੰਸ ਵਾਲੇ ਹੈ, ਉਹ ਕਿਹੜੀ ਚੀਜ਼ 'ਚ ਨਹੀਂ ਹੈਗੇ ਹੁਣ, ਸਾਰਿਆਂ 'ਚ ਕਰਦੇ ਆ ਨਾ ਜੀ। ਇੱਕ ਕਰਦਾ, ਦੂਜੇ 'ਚ, ਤੀਜਾ 'ਚ। ਇੱਕ ਦੁਕਾਨਦਾਰ ਵੀ ਹੁੰਦਾ ਜਿਹੜਾ ਬੈਠਾ ਨਾ, ਇੱਕ ਦੁਕਾਨਦਾਰ ਹੁੰਦਾ, ਉਹਨੂੰ ਪਤਾ ਵੀ ਮੇਰੀ ਔਲਾਦ ਹੈ, 2 ਬੱਚੇ ਹੈ, 3 ਬੱਚੇ, ਉਹ ਕਹਿੰਦਾ ਇੱਕ ਦੀ 2 ਦੁਕਾਨਾਂ, ਦੂਜੇ ਦੀ ਤੀਜੀ ਦੁਕਾਨ, ਉਹ ਆਪਣੀ ਚਲਾਉਂਦਾ ਇਸੇ ਤਰ੍ਹਾਂ ਹੀ। ਹਰ ਇੱਕ ਆਦਮੀ ਕਰਦਾ ਹੀ ਹੈ, ਕੋਸ਼ਿਸ਼ ਤਾਂ ਕਰਦਾ ਇੱਦਾਂ ਹੀ। ਬਾਕੀ ਇਹ ਵੀ ਚਾਹੀਦਾ ਤਾਂ ਇਹ ਹੈ ਕਿ ਜਿਹੜਾ ਇਸ ਢੰਗ ਦੇ ਨਾਲ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ, ਉਹ ਇਸ ਢੰਗ ਦੇ ਨਾਲ ਕਰਨ ਕਿ ਬਈ ਮੈਂ ਇਹ ਜੋ ਕੁਝ ਕਰ ਰਿਹਾ ਨਾ, ਮੈਂ ਇਸ ਮੁਲਕ ਦੇ ਭਲੇ ਵਾਸਤੇ ਕਰਨਾ ਹੈ, ਮੈਂ ਇਸ ਦੇਸ਼ ਦੇ ਭਲੇ ਵਾਸਤੇ ਕਰਨਾ, ਜੇ ਮੈਂ ਸੂਬੇ ਦੇ ਵਾਸਤੇ ਤੇ ਮੈਂ ਲੋਕਾਂ ਦੀ ਭਲਾਈ ਵਾਸਤੇ ਕਰਨਾ ਚਾਹੀਦਾ ਹੈ। ਇਹੀ ਇਲਜ਼ਾਮ ਪ੍ਰਧਾਨ ਮੰਤਰੀ ਮੋਦੀ ਤੇ ਲੱਗ ਰਿਹਾ ਹੈ ਕਿ ਉਹ ਅਡਾਨੀ ਅੰਬਾਨੀ ਲਈ ਕਰ ਰਹੇ ਨੇ ਸਰ। ਐਸਾ ਦੇਖੋ ਗੱਲ ਸੂਟ ਬੂਟ ਦੀ ਸਰਕਾਰ ਕਾਂਗਰਸ ਕਹਿੰਦੀ ਹੈ, ਲੋਕ ਪੰਜਾਬ ਦੇ ਤੁਸੀਂ ਦੇਖ ਰਹੇ ਹੋਵੋਗੇ, ਇੱਕ ਧਰਨਾ ਦੇ ਅੰਦਰ 2 ਪੋਸਟਰ ਹੁੰਦੇ ਆ, ਇੱਕ ਮੋਦੀ ਦਾ, ਅੰਬਾਨੀ ਦਾ, ਅਡਾਨੀ ਦਾ। ਅਡਾਨੀ ਦੇ ਯੂਨਿਟ ਮੂਹਰੇ ਲੋਕ ਬੈਠੇ ਆ, ਅੰਬਾਨੀ ਦੇ ਪੈਟਰੋਲ ਪੰਪਾਂ ਤੇ ਬੈਠੇ ਆ। ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ, ਬੀਜੇਪੀ ਦੇ ਖਿਲਾਫ ਪ੍ਰਚਾਰ ਹੋ ਰਿਹਾ। ਅੱਜ ਤੁਸੀਂ ਜ਼ਰਾ ਦੇਖੋ ਕਿ ਸਾਡੀ ਜਿਹੜੀ GST ਹੈ, ਉਹਦਾ ਉਹ ਫਾਰਮਿੰਗ ਕਿੰਨੇ % ਹੈ ਉਹਦੇ 'ਚ, ਜਿਹੜੀ ਸਾਡੀ ਆਪਣੀ ਨੈਸ਼ਨਲ ਜਿਹੜਾ ਗਰੋਥ ਹੈ ਸਾਡਾ, ਉਹਦੇ ਵਿੱਚ ਨੈਸ਼ਨਲ ਇਨਕਮ ਦੇ ਵਿੱਚ ਸਾਡੀ ਜਿਹੜੀ ਹੈ, ਉਹਦੇ 'ਚ ਇੰਡਸਟਰੀ ਦਾ ਕਿੰਨਾ ਹਿੱਸਾ ਹੈ ਔਰ ਫਾਰਮਿੰਗ ਦਾ ਕਿੰਨਾ ਹਿੱਸਾ ਹੈ। ਨਿਰੀ ਫਾਰਮਿੰਗ 'ਤੇ ਕਿਆ ਮੁਲਕ ਜੀ ਸਕਦਾ ਹੈ? ਤੁਸੀਂ ਦੱਸੋ, ਫਾਰਮਿੰਗ ਦੇ ਉੱਤੇ ਜੀਤ ਸਕਦੇ ਆ ਕਿਆ? ਨਹੀਂ, ਸਾਰੇ ਸੈਕਟਰਾਂ 'ਚ ਡਿਵੈਲਪਮੈਂਟ ਦੀ ਲੋੜ ਹੈ। ਜਿੰਨੀ ਦੇਰ ਤੱਕ ਇੰਡਸਟਰੀ ਦੀ ਡਿਵੈਲਪਮੈਂਟ ਨਹੀਂ ਹੋਏਗੀ, ਜਿੰਨੀ ਦੇਰ ਤੱਕ ਹੁਣ ਸਾਡੀ ਅਸੀਂ ਇਹ ਲੋਕ ਕਹਿੰਦੇ ਆ, ਇਹ ਨਹੀਂ ਕਹਿੰਦੇ ਕਿ ਇੰਡਸਟਰੀਅਲ ਡਿਵੈਲਪਮੈਂਟ ਨਾ ਹੋਵੇ, ਵਿਕਾਸ ਨਾ ਹੋਵੇ। ਲੋਕ ਕਹਿੰਦੇ ਆ 2 ਹੀ ਘਰਾਣਿਆਂ ਦਾ ਵਿਕਾਸ ਅਡਾਨੀ ਬਾਨੀ ਦਾ ਹੋ ਰਿਹਾ, ਸਾਰੀ ਕੈਪੀਟਲ ਕਮਿਊਲੇਸ਼ਨ ਅਡਾਨੀ ਬਾਨੀ ਕੋਲ ਚਲੀ ਗਈ ਜਦੋਂ ਦੀ ਮੋਦੀ ਸਰਕਾਰ ਆਈ। ਸਾਰੇ ਜਿਹੜੇ ਨਾ ਜੀ ਇਸ ਢੰਗ ਦੇ ਜਿਹੜੇ ਬੋਲਣ ਵਾਲੇ ਆ ਨਾ, ਮੇਰਾ ਆਪਣਾ ਵਿਚਾਰ ਹੈ ਕਿ ਦੇ ਆਰ ਆਲ ਕਮਿਊਨਿਸਟਸ, ਲੈਫਟ ਲੀਨਿੰਗ ਹੈ ਸਾਰੇ ਜਿਹੜੇ ਕਰਦੇ ਆ, ਉਹ ਹੋਰ ਕੋਈ ਨਹੀਂ ਕਰਦਾ ਇਹਦਾ। ਉਹਨਾਂ ਨੂੰ ਕੀ ਹੈ, ਬਾਕੀਆਂ ਨੂੰ ਕੀ ਹੈ? ਮੇਰਾ ਮਤਲਬ ਅੱਜ ਜਿਵੇਂ ਹੁਣ ਕਿਸਾਨ ਕਹਿ ਰਹੇ ਨੇ ਪੰਜਾਬ 'ਚ, ਅੱਜ ਤੁਹਾਡੀ ਨੈਸਲੇ ਚੱਲਦੀ ਹੈ ਨਾ, ਨੈਸਲੇ ਕਿਹਦੀ ਹੈ? ਪੰਜਾਬ ਦੀ ਹੈ ਕਿਸੇ? ਫੋਰਨ ਕੰਪਨੀ ਹੈ ਨਾ, ਇੱਥੇ ਚੱਲਦੀ ਹੈ। ਉਹਦੇ ਵਿੱਚ ਅਨੇਕਾਂ ਬੰਦੇ ਕੰਮ ਕਰਦੇ ਹੈ। ਉਹਦੇ ਵਿੱਚ ਜਿਹੜਾ ਉਹ ਉੱਥੇ ਜਿਹੜਾ ਮਿਲਕ ਵਗੈਰਾ ਉਹ ਜ਼ਿਆਦਾ ਖਰੀਦਦੇ ਹੈ, ਉਹ ਜ਼ਿਆਦਾ ਪ੍ਰਾਈਸ 'ਤੇ, ਅੱਛੀ ਪ੍ਰਾਈਸ 'ਤੇ ਖਰੀਦਦੇ ਹੈ। ਉਹਨਾਂ ਨੇ ਆਪਣੀ ਸਾਰੀ ਦੇ ਨਾਲ ਉੱਥੇ ਡਿਵੈਲਪਮੈਂਟ ਜਿਹੜੀ ਹੈ। ਹੋਰ ਵੀ ਜਿਹੜੇ ਨੇ ਅੱਜ ਤੁਹਾਡੇ ਕੋਲ ਇੱਥੇ ਕਿਹੜਾ ਜਿੱਥੇ ਅੰਮ੍ਰਿਤਸਰ ਦੇ ਕੋਲ ਹੀ ਇਹਨਾਂ ਦੀ ਪੈਪਸੀ ਵਗੈਰਾ ਵੱਲ ਦੀ ਹੈ, ਉਹਨਾਂ ਨੇ ਵੀ ਕੀਤੇ ਆ। ਨਹੀਂ, ਇਹ ਗੱਲ ਤਾਂ ਦੇਖੋ, ਜਿਹੜੀ ਅੰਬਾਨੀ ਵਾਲੀ ਗੱਲ ਉਹ ਸੁਖਬੀਰ ਬਾਦਲ ਨੇ ਵੀ ਕਹੀ ਕਿ ਪੰਜਾਬ ਦੇ ਕਿਸਾਨ ਸੋਚਦੇ ਨੇ ਕਿ ਅੰਬਾਨੀ ਉਹਨਾਂ ਦੇ ਫਾਰਮ ਖਰੀਦ ਲੈਣਗੇ ਆ ਕੇ। ਰਾਹੁਲ ਗਾਂਧੀ ਵੀ ਕਹਿੰਦੇ ਨੇ, ਉਹ ਤਾਂ ਕਮਿਊਨਿਸਟ ਨਹੀਂ ਹੈਗੇ। ਰਾਹੁਲ ਗਾਂਧੀ ਤੇ ਸੁਖਬੀਰ ਬਾਦਲ ਵੀ ਇਹ ਗੱਲ ਕਹਿੰਦੇ ਨੇ। ਉਹ ਸਾਰੀ ਜਿਹੜੀ ਹੈ ਇਹ ਸਿਰਫ ਪੋਲਿਟਿਕਸ ਹੈ। ਇਹ ਪੋਲਿਟਿਕਸ ਤਾਂ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਅਸੀਂ ਜੋ ਕੁਝ ਕਹਿੰਦੇ ਹਾਂ ਗਲਤ ਕਹਿ ਰਹੇ ਹਾਂ। ਇਸ ਗੱਲ ਦੇ ਉੱਤੇ ਆ ਜਾਏ, ਜਿਵੇਂ ਐਸੈਂਸ਼ੀਅਲ ਕਮੋਡਿਟੀ ਐਕਟ ਆ, ਲੋਕ ਇਹ ਕਹਿ ਰਹੇ ਆ, ਜਿਹੜੀ ਅਮੈਂਡਮੈਂਟ ਹੋਈ ਹੈ, ਇਫੈਕਟ ਵੀ ਹੈ ਕਿ ਜਦੋਂ ਕੋਈ ਵੱਡਾ ਕਾਰਪੋਰੇਟ ਖਰੀਦ ਕੇ ਰੱਖ ਲੂਗਾ, ਕਾਲਾ ਬਾਜ਼ਾਰੀ ਕਰੂਗਾ, ਕਾਲਾ ਬਾਜ਼ਾਰੀ ਕਰਕੇ ਬਾਜ਼ਾਰ 'ਚੋਂ ਚੀਜ਼ ਮਹਿੰਗੀ ਕਰ ਦੂਗਾ। ਇਹ ਤਾਂ ਸਰਕਾਰ ਨੇ ਫੇਵਰ ਕੀਤਾ ਨਾ ਵੱਡੇ ਕਾਰਪੋਰੇਟ ਨੂੰ। ਨਹੀਂ, ਕਾਲਾ ਜਮਾਖੋਰੀ ਕਰਨ ਦਾ ਹੱਕ ਦਿੱਤਾ ਸਰ। ਐਸਾ ਨਹੀਂ ਹੈ। ਦੇਖੋ ਗੱਲ ਸੁਣੋ, ਇੱਕ ਉਹਦੇ 'ਚ ਐਸਾ ਇਹ ਕਰਨ ਦੇ ਵਾਸਤੇ ਨਹੀਂ, ਕਾਰਪੋਰੇਟ ਮਤਲਬ ਐਨੀ ਕੋਈ ਅਡਾਨੀ ਅੰਬਾਨੀ ਵਾਸਤੇ ਨਹੀਂ, ਜੋ ਵੀ ਹੋਵੇ, ਕੋਈ ਵੀ ਕਾਰਪੋਰੇਟ, ਯੂ ਕੈਨ ਡੂ ਇਟ। ਤੁਸੀਂ ਜਾ ਕੇ ਤੁਹਾਡੇ ਕੋਲ ਵੀ, ਅਗਰ ਤੁਸੀਂ, ਮੈਂ ਜਿੱਦਾਂ ਪਹਿਲਾਂ ਕਿਹਾ ਕਿ ਅਗਰ ਤੁਹਾਡੇ ਕੋਲ ਨਹੀਂ ਸਰ, ਜਮਾਖੋਰੀ ਹੈ ਜਿਹੜੀ, ਉਹ ਲੋਕਾਂ ਦੇ ਤਾਂ ਖਿਲਾਫ ਆ ਨਾ। ਜਮਾਖੋਰੀ ਤੇ ਖਰਾਬ ਹੈ, ਉਹ ਕੋਈ ਵੀ ਕਰੇ ਤਾਂ ਖਰਾਬ ਹੈ। ਫਿਰ ਉਹਦੇ 'ਚ ਇਜਾਜ਼ਤ ਮਿਲ ਗਈ ਕਿ ਜਮਾਖੋਰੀ ਕਰ ਸਕਦੇ ਹੋ ਤੁਸੀਂ। ਐਸਾ ਨਹੀਂ, ਅੱਗੇ ਰੇਡ ਹੁੰਦੀ ਸੀ, ਤੁਹਾਡੇ ਯਾਦ ਉਹਦੇ ਵਿੱਚ ਰੇਡ ਨਹੀਂ ਹੋਊਗੀ। ਉਹਦੇ ਵਿੱਚ ਵੀ ਹੋਇਆ ਕਿ ਵੀ ਜੇ ਜਮਾਖੋਰੀ ਦੇ ਬਾਅਦ ਤੁਹਾਡੇ ਕੋਲ ਇੰਨੇ % ਵੱਧ ਜਾਂਦਾ ਤੇ ਤੁਹਾਨੂੰ ਉਹ ਸਾਰੀ ਜਿਹੜੀ ਉਹ ਨਹੀਂ ਕਰਨੀ ਪਏਗੀ। ਉਹਨੇ 'ਚ ਤਾਂ ਖੇਡ ਹੋ ਜਾਇਆ ਕਰੂ ਸਰ, ਤੁਹਾਨੂੰ ਵੀ ਪਤਾ ਹੈਗਾ। ਤੁਹਾਨੂੰ ਪਤਾ ਸਰ ਵਪਾਰੀ ਕਿਵੇਂ ਖੇਡ ਕਰਦੇ ਆ। ਪਿਆਜ਼ ਆਪਾਂ ਮਹਿੰਗਾ ਹੁੰਦਾ ਦੇਖਿਆ। ਐਸਾ ਜੇ ਉਹ ਬੋਰੀ ਹੋਏਗੀ ਤੇ ਉਹ ਹਮੇਸ਼ਾ ਚੇਂਜ ਹੋ ਜਾਂਦੇ ਆ। ਐਸੈਂਸ਼ੀਅਲ ਕਮੋਡਿਟੀਜ਼ ਜਿਹੜੀਆਂ ਨੇ ਅੱਜ ਵੀ ਹੋ ਜਾਂਦੀਆਂ, ਤੁਸੀਂ ਕੱਲ ਵੀ ਕਰ ਸਕਦੇ ਹੋ। ਕਈ ਇਹ ਚੀਜ਼ਾਂ ਜਿਹੜੀਆਂ ਨੇ ਐਸੈਂਸ਼ੀਅਲ ਨੂੰ ਤਾਂ ਘੱਟੋ ਘੱਟ ਨਹੀਂ ਪਾਉਣਾ ਚਾਹੀਦਾ ਸੀ। ਐਸਾ ਹੈ ਕਿ ਵੀ ਸਾਰੀਆਂ ਮਤਲਬ ਜਿਹੜੀਆਂ ਚੀਜ਼ਾਂ ਖਾਣ ਪੀਣ ਦੀਆਂ ਚੀਜ਼ਾਂ ਨੇ ਸਰ, ਜਿਹੜੇ ਤੁਸੀਂ ਖਾਣੀਆਂ ਨੇ, ਮੈਂ ਖਾਣੀਆਂ ਨੇ, ਆਮ ਲੋਕਾਂ ਨੇ ਖਾਣੀਆਂ ਨੇ, ਇਹ ਤਾਂ ਤੁਸੀਂ
ਗੱਲ ਇਹ ਵੀ ਮੈਂ ਕੋਈ ਇੰਨਾ ਕੰਸਰਨ ਨਹੀਂ ਹੈ, ਪਰ ਮੈਨੂੰ ਜੋ ਮੈਂ ਪੜ੍ਹਿਆ ਉਹਦੇ ਵਿੱਚ ਕੋਈ ਐਸੀ ਮੈਂ ਕੋਈ ਵੀ ਪੜਿਆ ਸਰ, ਤਾਂ ਹੀ ਕਹਿ ਰਿਹਾ। ਤੁਹਾਨੂੰ ਲੱਗਦਾ ਨਹੀਂ ਇਹਦੇ 'ਚ ਘੱਟੋ ਘੱਟ ਅਮੈਂਡਮੈਂਟ ਹੋਣੀ ਚਾਹੀਦੀ? ਆਮ ਲੋਕ ਮਾਰੇ ਜਾਣਗੇ ਵਿਚਾਰੇ। ਆਮ ਲੋਕ ਅੱਜ ਵੀ ਦੇਖੋ ਤੁਹਾਡਾ ਝੋਨਾ ਸਾਰਾ ਖਰੀਦਿਆ ਜਾ ਰਿਹਾ ਨਾ, ਕਿ ਨਹੀਂ ਖਰੀਦਿਆ ਜਾ ਰਿਹਾ? ਪਰ ਯੂਪੀ ਤੋਂ ਆਉਣ ਲੱਗਾ ਔਰ 900 ਰੁਪਏ ਖਰੀਦਿਆ ਜਾ ਰਿਹਾ। ਅੱਛਾ, ਉਹ ਦੇਖੋ 900 ਰੁਪਏ ਦੇਖੋ ਤੁਸੀਂ, ਜਿਹੜੇ ਕਿਸਾਨ ਨੂੰ ਕਹਿੰਦੇ ਵਧੀਆ ਮਿਲੂਗਾ। ਅੱਛਾ, ਉਹ ਕਿਸਾਨ ਨਹੀਂ, ਉਹ ਨਹੀਂ, ਉਹ ਕੌਣ ਕਰ ਰਿਹਾ? ਕਿਸਾਨ ਨਹੀਂ ਕਰ ਰਿਹਾ, ਉਹ ਇੰਡੀਵਿਜੂਅਲ ਕਰ ਰਹੇ ਨੇ। ਕਿਸਾਨ ਨੂੰ ਫਾਇਦਾ ਕੋਈ ਨਹੀਂ ਉਹਦੇ 'ਚ। ਮੈਂ ਤਾਂ ਹੀ ਕਹਿ ਰਿਹਾ, ਮੈਂ ਤਾਂ ਕਿਹਾ ਵੀ ਉਹ ਜਿਹੜਾ ਉੱਥੇ ਖਰੀਦ ਰਿਹਾ, ਕੋਈ ਯੂਪੀ 'ਚੋਂ ਖਰੀਦਿਆ ਜਾਂ 900 'ਚ ਖਰੀਦਿਆ ਜਾ ਰਿਹਾ, ਕਿ ਉਹ ਮੇਰਾ ਮਤਲਬ ਦੈਟ ਬਿਕਮਸ ਇਲੀਗਲ। ਉਹ ਇਲੀਗਲ ਹੈ। ਉਹ ਜੇ ਅਗਰ ਉੱਥੋਂ ਖਰੀਦ ਕੇ ਉਹ ਇੱਥੇ ਆ ਕੇ ਵੇਚਦਾ ਹੈ ਤੇ ਹੀ ਇਜ਼ ਡੂਇੰਗ ਇਲੀਗਲ, ਯਾਨੀ ਸਾਰਾ ਕੰਮ ਉਹ ਗਲਤ ਪਰ ਜੋ ਆਪ ਵੀ ਆ ਜਾਊਗਾ ਉਹੀ ਤਾਂ ਗੱਲ ਕਰ ਰਹੇ ਨੇ ਆਪਾਂ। ਕੌਣ? ਜਿਹੜੇ ਕਹਿ ਰਹੇ ਕਿਸਾਨ ਆ ਜਾਊਗਾ। ਕਿਸਾਨ ਨਹੀਂ ਆਏਗਾ। ਤਾਂ ਹੀ ਤਾਂ ਕਿਸਾਨ ਕਿੱਦਾਂ ਆਏਗਾ? ਕਿਸਾਨ ਕਹੇਗਾ ਕਿ ਵੀ ਮੈਂ 900 ਰੁਪਏ ਦਿੱਤਾ ਤੇ ਜਾਂ ਕਹੇਗਾ ਜੀ ਮੈਨੂੰ ਇਹ ਪੈਸੇ ਮੈਨੂੰ ਮਿਲਨੇ ਹੁਣ। ਜਾਂ ਤੇ ਕਿਸਾਨ ਆਵੇ, ਕਿਸਾਨ ਉੱਥੋਂ ਢੋ ਕੇ ਲਿਆ ਹੀ ਨਹੀਂ ਸਕਦਾ ਇੱਥੇ। ਮੈਂ ਤਾਂ ਹੀ ਤਾਂ ਕਹਿ ਰਿਹਾ ਸਰ, ਇਹ ਗੱਲ ਕਹੀ ਗਈ ਕਿ ਜਿਹੜੀ ਵਪਾਰੀ ਕੋਲੇ ਕਿਸਾਨ ਜਾਊ, ਵਪਾਰੀ ਹੀ ਕਿਸਾਨ ਕੋਲੇ ਆਊਗਾ ਨਾ। ਤੁਹਾਨੂੰ ਇਹ ਤਾਂ ਪਤਾ ਐਕਸਪਲਾਈਟ ਤੇ ਉਹੀ ਕਰੂਗਾ ਨਾ। ਪਿੰਡਾਂ ਵਾਲੇ, ਹੁਣ ਤੁਸੀਂ ਆਪਾਂ ਪਿੰਡ 'ਚ ਬੈਠੇ ਆ, ਕਾਦੀਆਂ ਵਾਲਾ ਕਿੱਥੇ ਵੇਚ ਲੂ? ਚੰਡੀਗੜ੍ਹ ਜਾ ਕੇ ਵੇਚ ਲੂਗਾ? ਤੁਸੀਂ ਦੱਸ ਦਿਓ, ਇਮਾਨਦਾਰੀ ਨਾਲ ਦੱਸੋ। ਸਾਰੀ ਉਮਰ ਆਰਐਸਐਸ ਕੰਮ ਕਿਉਂ ਵੇਚੇਗਾ? ਵੇਚੀ ਨਹੀਂ, ਉਹੀ ਗੱਲ ਆ। ਜਿਹੜਾ ਕਹਿ ਕੇ ਇੱਕ ਮੰਡੀ ਕਿਤੇ, ਉਹ ਦੇਖੋ ਐਸਾ ਹੈ ਨਾ ਕਿ ਜਾਂ ਯੂਪੀ ਜਾ ਕੇ ਵੇਚੂਗਾ, ਕਿੱਥੋਂ ਵੇਚੂ? ਉੱਥੋਂ ਦਾ ਵਪਾਰੀ ਆ ਜੂ ਇੱਥੇ। ਉਹਦੇ 'ਚ ਜਿੱਦਾਂ ਹੈ ਉਹਨਾਂ ਨੇ ਵੀ ਉਹਨਾਂ ਨੇ ਖਰੀਦਦਾ ਇੱਦਾਂ ਦਾ ਆਇਆ ਵੀ ਤੁਸੀਂ ਕੋਈ ਵੀ ਆ ਕੇ ਮੰਨੋ ਤੁਹਾਡੇ ਕੋਲ ਜਿਹਦਾ ਕੰਟਰੈਕਟ ਫਾਰਮਿੰਗ ਹੈ, ਅੱਜ ਵੀ ਚੱਲਦੀ ਹੈ ਨਾ। ਹੁਣ ਪਿੱਛੇ ਜੇ ਮੈਂ ਇੱਕ ਇੱਥੇ ਕਿਸਾਨੀ ਖੇਤੀ 'ਚ ਉਮਿੰਦਰ ਦੱਤ ਹੈ, ਸ਼ਾਇਦ ਸੁਣਿਆ ਹੋਵੇਗਾ, ਖੇਤੀ ਵਿਰਾਸਤ ਮਿਸ਼ਨ, ਖੇਤੀ ਵਿਰਾਸਤ ਵਾਲਾ, ਗੋਬਿੰਦਾਚਾਰੀਆ ਦਾ ਚੇਲਾ। ਉਹ ਗੋਬਿੰਦਾਚਾਰੀਆ ਦਾ ਕਿਸੇ ਦਾ ਵੀ ਹੋਇਆ, ਚਲੋ ਗੋਬਿੰਦਾਚਾਰੀਆ ਤੇ ਬਾਅਦ 'ਚ ਖੇਤੀ ਵਿਰਾਸਤ 'ਚ ਇੱਧਰ ਆ ਗਿਆ ਕਿਤੇ। ਪਹਿਲਾਂ ਤਾਂ ਵਿਦਿਆਰਥੀ ਪਰਿਸ਼ਦ ਸੀਗਾ ਉਹ। ਆਰਐਸਐਸ ਨਾਲ ਜੁੜੇ ਰਿਹਾ। ਆਰਐਸਐਸ ਨਾਲ ਜੁੜੇ ਰਿਹਾ, ਮੈਨੂੰ ਪਤਾ, ਉਹ ਜਾਣਨਾ ਮੈਂ ਪਰਸਨਲੀ ਜਾਣਨਾ ਮੈਂ। ਤੇ ਹੁਣ ਉਹ ਕੀ ਹੈ ਵੀ ਉਹਦੇ ਨਾਲ ਉਹ ਗੱਲ ਕਰ ਰਹੇ ਸੀ ਵੀ ਸਾਰੇ ਵੀ ਪੰਜਾਬ ਦੇ ਮਸਲੇ ਹੋਰ ਬਹੁਤ ਨੇ, ਸਿਰਫ ਇਹੋ ਹੀ ਨਹੀਂ ਹੈ। ਅਸੀਂ ਉਹਨੂੰ ਜਾਣ ਬੁੱਝ ਕੇ ਇਹ ਅੱਜ ਵੀ ਦੇਖੋ ਇਹਨੂੰ ਕੀ ਅੱਗੇ ਹੋਰ ਬਣਾ ਲਿਆ। ਹੁਣ ਕੀ ਹੈ, ਅੱਜ ਇਸ ਨੂੰ ਸਿੱਖ ਹਿੰਦੂ ਦਾ ਸਵਾਲ ਬਣਾਇਆ ਜਾ ਰਿਹਾ ਕਿ ਵੀ ਇਹ ਮਸਲਾ ਜਿਹੜਾ ਨਾ ਇਹ ਕਿਸਾਨੀ ਦਾ ਨਹੀਂ ਹੈ, ਇਹ ਸਿੱਖਾਂ ਦਾ ਮਸਲਾ। ਯਾਨੀ ਐਸਾ ਕਿੰਨੀ ਗਲਤ ਹੈ। ਮੈਨੇ ਅਸੀਂ ਇਹਨੂੰ ਕਿਆ ਕਿੱਥੇ ਉਸੇ ਉਹ 84 ਤੋਂ ਬਾਅਦ ਦੇ ਉਹਨਾਂ ਦਿਨਾਂ 'ਚ ਲੈ ਕੇ ਜਾਣਾ ਚਾਹੁੰਦੇ ਆ। ਮਤਲਬ ਇਹ ਸਪੀਚਿਸ ਦੇਣੀਆਂ ਉੱਥੇ ਕਿ ਵੀ ਇਹ ਮਤਲਬ ਇਹ ਸਿੱਖਾਂ ਨਾਲ ਹੋ ਰਿਹਾ ਜੀ। ਸਿੱਖ ਕਿਸਾਨ ਤੇ ਦੂਜੇ ਵੀ ਹੈਗੇ ਨੇ ਬੜੇ। ਆ ਸਾਰਾ ਤੁਹਾਡਾ ਜਿਹੜਾ ਨਹੀਂ, ਪਰ ਕਿਸਾਨ ਜਥੇਬੰਦੀਆਂ ਸਾਰੀਆਂ ਪ੍ਰੋਟੈਸਟ ਕਰ ਹੀ ਰਹੀਆਂ ਨੇ, ਉੱਥੇ ਤਾਂ ਕੋਈ ਗੱਲ ਨਹੀਂ। 31 ਕਿਸਾਨ ਜਥੇਬੰਦੀਆਂ ਮਤਲਬ ਹੁਣ ਇਸੇ ਕਰਕੇ ਐਵੇਂ ਨੇ ਇੱਦਾਂ ਇਕੱਠੀਆਂ ਨੂੰ। ਤੇ ਹੁਣ ਕਾਂਗਰਸ ਵੀ ਉਹਨਾਂ ਨਾਲ ਹੈ, ਸੁਖਬੀਰ ਵੀ ਉਹਨਾਂ ਨਾਲ ਹੈ, ਸਾਰੇ ਉਹਦੇ ਨਾਲ ਹੀ ਚੱਲਦੇ ਆ। 31 ਕਿੱਦਾਂ ਬਣ ਗਈਆਂ? ਔਰ ਸਾਰੀਆਂ ਜੇ ਤੁਸੀਂ ਕਿਤੇ ਵੱਖਰੇ ਕੇ ਬਿਠਾ ਕੇ ਇੱਕ ਦੂਜੇ ਦੇ ਨਾਲ ਇੱਟ ਕੋਤੇ ਦਾ ਵੈਰ ਹੁੰਦਾ ਇਹਨਾਂ ਦਾ। ਨਹੀਂ, ਫਿਰ ਹੁਣ ਇੱਕ ਮੁੱਦੇ ਤੇ ਇਕੱਠੇ ਨਹੀਂ ਨਾ ਉਹ। ਕੋਈ ਐਸਾ ਕਿੰਨਾ ਮੋਦੀ ਦੇ ਖਿਲਾਫ ਇਕੱਠੇ ਨਹੀਂ। ਮੋਦੀ ਦੇ ਖਿਲਾਫ ਤੇ ਬਹੁਤ। ਹੁਣ ਇਹ ਜਿਹੜਾ ਤੁਹਾਡਾ CAA ਸੀਗਾ ਜਿਹੜਾ ਉੱਥੇ ਹੋਇਆ ਦਿੱਲੀ 'ਚ, ਕੀ ਸੀਗਾ? ਵਾਟ ਵਾਸ ਰੌਂਗ? ਮੈਨੂੰ ਦੱਸੋ। ਠੀਕ ਹੈ, ਉਹ ਇੱਕ ਹੋਰ ਮਸਲਾ ਸੀ। ਨਹੀਂ ਮਸਲਾ ਨਹੀਂ, ਮੈਂ ਉਹੀ ਮਸਲਾ ਹੁਣ ਵੀ ਹੈ। ਤੁਹਾਨੂੰ ਲੱਗਦਾ ਇਹ ਕੀ ਨੇ? ਹੈ ਜੀ, ਕੰਗਣਾ ਰਣੌਤ ਕਹਿੰਦੀ ਅੱਤਵਾਦੀ ਨੇ ਇਹ। ਕੌਣ? ਜਿਹੜੇ ਬੈਠੇ ਨੇ ਪੰਜਾਬ 'ਚ। ਨਹੀਂ ਉੱਥੇ ਮੈਂ ਅੱਤਵਾਦੀ ਨਹੀਂ ਕਹਿੰਦਾ ਉਹਨਾਂ ਨੂੰ, ਪਰ ਉਹ ਸਾਰੇ ਵਰਗਲਾਏ ਹੋਏ ਲੋਕ ਨੇ, ਇੱਦਾਂ ਦਾ ਉਹਨਾਂ ਨੂੰ ਬਣਾ ਕੇ ਨਾ ਇਹਦੇ 'ਚ। ਪੰਜਾਬ ਦੇ ਸਾਰੇ ਕਿਸਾਨ ਜਿਹੜੇ ਸੜਕਾਂ ਤੇ ਬੈਠੇ ਨੇ ਵਰਗਲਾਏ ਹੋਏ ਨੇ। ਮੇਰੀ ਗੱਲ ਸੁਣੋ, ਤੁਸੀਂ ਘੁੰਮੇ ਹੋ ਨਾ ਸਾਰੇ। ਕੈਨ ਯੂ ਟੈਲ ਮੀ ਕਿ ਵੀ ਟੋਟਲ ਸੰਖਿਆ ਜਿੰਨੇ ਵੀ ਹੈ, ਕੋਈ 60 ਥਾਂ ਤੇ ਕਹਿੰਦੇ ਵੀ 60 ਹੈ ਕਿ ਕਿੰਨੇ ਥਾਵਾਂ ਤੇ ਬੈਠੇ ਹਾਂ ਅਸੀਂ, 60 ਥਾਂ ਤੇ ਟੋਟਲ ਕਿੰਨੇ ਹੋਣਗੇ? ਹਾਊ ਮੈਨੀ ਆਰ ਦੇਅਰ? ਕਿਤੇ 500 ਬੈਠੇ ਨੇ, ਕਿਤੇ 700 ਬੈਠੇ ਨੇ, ਕਿਤੇ 1000 ਵੀ ਨੇ, ਕਿਤੇ 200 ਵੀ ਨੇ, ਕਿਤੇ 100 ਵੀ ਹੈ। 50 ਵੀ ਨਹੀਂ ਬੈਠੇ ਹੁੰਦੇ। ਮੈਂ ਉਦੋਂ ਮੈਂ ਗਿਆ ਉੱਥੋਂ, ਅਸੀਂ ਵੀ ਘੁੰਮ ਰਹੇ ਹਾਂਗੇ। ਐ ਨਹੀਂ ਹੈਗਾ ਪੂਰਾ ਪੰਜਾਬ ਕਿਤੇ ਚੰਡੀਗੜ੍ਹ ਤੋਂ ਫਿਰੋਜ਼ਪੁਰ ਸਾਰਾ ਇੱਧਰ ਚੰਡੀਗੜ੍ਹ ਸਾਰਾ ਅੰਮ੍ਰਿਤਸਰ ਆ ਜਾਓ। ਮੈਂ ਪਿਛਲੇ ਐਤਵਾਰ ਚੰਡੀਗੜ੍ਹ ਗਿਆ ਸੀਗਾ। ਹੁਣ ਇਹ ਨਹੀਂ, ਉਸ ਤੋਂ ਪਿੱਛੇ ਇੱਥੇ 10 ਬੰਦੇ ਵੀ ਨਹੀਂ ਸੀ ਗਿਆ ਟਾਂਡੇ ਵਾਲੇ ਥਾਂ ਤੇ। ਉੱਥੇ ਹੋਰ ਕਿਤੇ ਸਾਨੂੰ ਕਿਤੇ ਵੀ ਕੋਈ ਹੋਰ ਕੋਈ ਮਿਲੇ ਨਹੀਂ। ਗੱਲ ਪ੍ਰਿੰਸੀਪਲ ਗਲਤ ਹੈ ਕਿ ਜੇ ਕੋਈ ਗੱਲ ਹੋ ਰਹੀ ਆ ਉਹਦੀ ਸਰਕਾਰ ਨੂੰ ਟੌਕ ਕਰਨੀ ਚਾਹੀਦੀ ਹੈ। ਐਸਾ ਠੀਕ ਕਰਨੀ ਚਾਹੀਦੀ ਹੈ, ਪਰ ਮੈਂ ਕਹਿੰਦਾ ਵੀ ਇਹ ਸਾਰਾ ਬਹੁਤ ਸਾਰਾ ਜਿਹੜਾ ਨਾ ਮਸਲੇ ਇੱਦਾਂ ਦੇ ਮਸਲੇ ਜਿਹੜੇ ਹੈ ਇਹ ਲੋਕਾਂ ਨੂੰ ਵਰਗਲਾ ਕੇ ਕਰ ਰਹੇ ਆ। ਜਦੋਂ ਬਾਕੀ ਚੀਜ਼ਾਂ ਜਿਹੜੀਆਂ ਛੋਟੀ ਮੋਟੀਆਂ ਬਦਲਦੀਆਂ ਰਹਿੰਦੀਆਂ ਨੇ, ਚੇਂਜ ਹੋ ਸਕਦੀਆਂ ਨੇ। ਬੈਠ ਕੇ ਗੱਲ ਕਹਿੰਦੇ ਅਸੀਂ ਗੱਲ ਵੀ ਕਰਨ ਨੂੰ ਤਿਆਰ ਨਹੀਂ ਗੇ। ਇਹ ਤੁਹਾਨੂੰ ਲੱਗਦਾ ਇਹ ਸਾਰੇ ਵਰਗਲਾਏ ਹੋਏ ਨੇ? ਮੇਰਾ ਮਤਲਬ ਗੱਲ ਕਰਨ ਨੂੰ ਤਿਆਰ ਹੋਇਆ ਨਾ। ਵੈਸੇ ਸੈਕਟਰੀ ਆਇਆ ਜੀ ਸਾਡੇ ਕੋਲ, ਸੈਕਟਰੀ ਨਾਲ ਗੱਲ ਕੀਤੀ, 2 ਘੰਟੇ ਬੈਠੇ ਰਹੇ। ਠੀਕ ਹੈ, ਤੁਸੀਂ ਨਹੀਂ ਹੋਇਆ। ਉਹ ਕਹਿੰਦੇ ਅਸੀਂ ਸਮਝਣੇ ਨਹੀਂ, ਸਾਨੂੰ ਪਤਾ ਬਿੱਲ ਕੀ ਨੇ, ਸਾਨੂੰ ਪਤਾ। ਐਸਾ ਦੇਖੋ ਇੱਦਾਂ ਹੀ ਹੈ ਸਮਝਣ। ਇਹ ਕੋਈ 4 ਬੰਦਿਆਂ ਨੂੰ ਸਾਰਿਆਂ ਨੂੰ ਕਿੰਨਿਆਂ ਕੁ ਪਤਾ ਹੈ ਪੂਰਾ
ਇਹ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਵੀ ਉੱਥੇ ਜੇ ਕੰਟਰੈਕਟ ਫਾਰਮਿੰਗ ਜਿਹੜੀ ਹੈ ਹਾਲੀ ਵੀ ਹੋ ਰਹੀ ਹੈ। ਮੈਂ ਉਹਦੇ 'ਚ ਤੁਹਾਨੂੰ ਮੈਂ ਉਮਦਨ ਦੀ ਗੱਲ ਕਰ ਰਿਹਾ ਸੀ, ਉਹ ਦੱਸਦੇ ਸੀ ਮੈਨੂੰ ਉੱਥੇ ਕਿਹਨੂੰ ਪੁੱਛ ਰਿਹਾ ਸੀ, ਮੈਨੂੰ ਨਾਂ ਨਹੀਂ ਯਾਦ ਉਹਦਾ, ਕਿ ਵੀ ਤੁਸੀਂ ਕਿੰਨੇ ਏਕੜ ਲੈ ਕੇ ਜ਼ਮੀਨ ਲੋਕਾਂ ਦੀ ਠੇਕੇ 'ਤੇ ਲੈ ਕੇ ਤੇ ਉਹ 'ਚ ਫੁੱਲਾਂ ਦੀ ਖੇਤੀ ਕਰ ਰਹੇ ਹੋ। ਹੈ ਰਹੀ ਨਾ ਮੈਂ ਬੱਸੀ ਵੱਲ ਮੈਂ ਕਿਹਾ ਹੈਗੀ ਆ ਉੱਥੇ, ਉਹ ਉਹਦੀ ਆਪਣੀ ਜ਼ਮੀਨ ਨਹੀਂ, ਕਿ ਇਹ ਸਾਰੀ ਠੇਕੇ 'ਤੇ ਲਈ ਹੋਈ ਹੈ। ਸਾਰੇ ਥਾਵਾਂ 'ਤੇ ਅੱਜ ਵੀ ਜਿੰਨੇ ਤੁਹਾਡੇ ਲੋਕ ਬਾਹਰ ਬੈਠੇ ਹੈ, ਉਹਨਾਂ ਨੇ ਸਾਰਿਆਂ ਨੇ ਠੇਕੇ 'ਤੇ ਦਿੱਤੀਆਂ ਹੋਈਆਂ ਜ਼ਮੀਨਾਂ, ਠੇਕੇ 'ਤੇ ਨਾ, ਕੰਟਰੈਕਟ ਹੀ ਹੈ ਨਾ, ਦੈਟ ਇਜ਼ ਕੰਟਰੈਕਟ ਫਾਰਮਿੰਗ, ਹੋਰ ਕੀ ਹੈ। ਇਹਦੇ ਬਾਰੇ ਕਿਹਾ ਜਾ ਰਿਹਾ ਕਿ ਕਬਜ਼ੇ ਕਰ ਲੈਣਗੇ ਸਾਰੇ ਪੰਜਾਬ ਤੇ ਕਬਜ਼ਾ ਉਹਦੇ ਵਿੱਚ ਕਹਿ ਰਹੇ ਆ ਕਿਸਾਨ ਕਹਿ ਰਹੇ ਆ। ਤੁਸੀਂ ਪੜ੍ਹਿਆ, ਤੁਸੀਂ ਹੈਗਾ ਇਹ ਉਸ ਬਿੱਲ ਦੇ ਵਿੱਚ ਕਿਤੇ ਹੈ ਇਹ ਕਬਜ਼ਾ ਕਰ ਸਕਦਾ? ਇਹ ਬਿੱਲ 'ਚ ਤਾਂ ਨਹੀਂ ਹੈ, ਪਰ ਜਦੋਂ ਇੱਕ ਵੱਡਾ ਪਲੇਅਰ, ਤੁਹਾਨੂੰ ਪਤਾ ਵੀ ਵੱਡੀ ਮੱਛੀ ਛੋਟੀਆਂ ਮੱਛੀਆਂ ਨੂੰ ਖਾ ਜਾਂਦੀ ਹੈ, ਤੇ ਇਹ ਆਪਣੇ ਆਮ ਕਿਹਾ ਜਾਂਦਾ ਕਿ ਜਦੋਂ ਕੋਈ ਵੱਡਾ ਪਲੇਅਰ, ਜਿਵੇਂ ਰਿਲਾਇੰਸ, ਆਪਾਂ ਐਗਜ਼ਾਮਪਲ ਲਈ ਕਹਿੰਦੇ ਆ, ਰਿਲਾਇੰਸ ਬਹੁਤ ਸਾਰੇ ਖੇਤਰਾਂ 'ਚ ਆਇਆ। ਤੁਸੀਂ FDI ਦਾ ਵਿਰੋਧ ਕਰਦੇ ਹੁੰਦੇ ਸੀ ਰਿਟੇਲ ਖੇਤਰ 'ਚ, ਬਾਅਦ 'ਚੋਂ ਛੱਡਤਾ। ਸਵਦੇਸ਼ੀ ਜਾਗਰਣ ਮੰਚ ਦਾ ਨਾਰਾ ਹੁੰਦਾ ਸੀਗਾ, ਤੁਹਾਡੇ ਯਾਦ ਹੋਊਗਾ। ਹਾਲੀ ਵੀ ਹੈਗਾ ਸਵਦੇਸ਼ੀ ਜਾਗਰਣ ਮੰਚ, ਸਵਦੇਸ਼ੀ ਜਾਗਰਣ ਮੰਚ ਹੈਗਾ, ਪਰ ਸਵਦੇਸ਼ੀ ਡਿਫੈਂਸ 'ਚ ਵੀ FDI ਆ ਗਈ। ਕਿਹੜੇ ਖੇਤਰ 'ਚ NDA ਦੀ ਸਰਕਾਰ ਜਿਹਦਾ BJP ਵਿਰੋਧ ਕਰਦੀ ਹੁੰਦੀ ਸੀ, FDI ਆ ਗਈ। ਵੈਸੇ ਤੇ RCS ਦੀ ਲਾਈਨ ਤੇ ਚੱਲਣਾ ਚਾਹੀਦਾ ਸੀ, FDI ਦਾ ਵਿਰੋਧ ਹੋਣਾ ਚਾਹੀਦਾ ਸੀ, ਪਰ ਰਿਲਾਇੰਸ ਅਸੀਂ ਦੇਖਿਆ ਕਿ ਪੂਰੇ ਦੇਸ਼ ਦੇ ਅੰਦਰ ਰਿਲਾਇੰਸ ਨੇ ਹਰ ਖੇਤਰ ਜਾ ਕੇ, ਚਾਹੇ ਉਹ ਟੈਲੀਕਮਿਊਨੀਕੇਸ਼ਨ ਆ, ਚਾਹੇ ਉਹ ਰਿਟੇਲ ਹੈ, ਬਾਕੀ ਪਲੇਅਰ ਖਤਮ ਕਰਤੇ ਨਾ, ਉਹੀ ਆ, ਬਾਕੀ ਪਲੇਅਰ ਖਤਮ ਕਰਤੇ ਨਾ। ਇਹ ਦੇਖੋ, ਇਹ ਹਰ ਥਾਂ ਤੇ ਹੁੰਦਾ, ਇਹ ਜਿਹੜੇ ਵੱਡੇ ਇਹੀ ਕਹਿ ਰਹੇ ਨੇ ਕਿਸਾਨ ਕਿ ਜਦੋਂ ਉਹ ਆ ਗਿਆ, ਛੋਟੇ ਵਪਾਰੀ ਨੇ ਟਿਕਣਾ ਨਹੀਂ, ਇਹ ਆ ਕੇ ਫਿਰ ਸਾਨੂੰ ਐਕਸਪਲੋਇਟ ਕਰਨਗੇ, 2 ਸਾਲ ਸਾਨੂੰ ਮਹਿੰਗਾ ਪਾ ਦੇਣਗੇ। ਉਹ ਸਿੱਧਾ ਕਹਿੰਦੇ ਨੇ ਕਿ 2 ਸਾਲ ਸਾਨੂੰ ਮਹਿੰਗਾ ਪਾ ਦੇਣਗੇ, ਇਹ ਹੁਣ ਸਾਨੂੰ ਲੁੱਟ ਕੇ ਖਾ ਜਾਣਗੇ। ਨੈਸਲੇ ਹੁਣ ਕਿੰਨਾ ਕਿ ਉਹਨਾਂ ਨੂੰ ਲੁੱਟਦਾ, ਪੈਪਸੀ ਕਿੰਨਾ ਕਿ ਲੁੱਟਦਾ ਵੱਖਰਾ। ਪਰ ਜਦੋਂ ਰਹੀ ਉਹ ਕਹਿੰਦੇ 2-3 ਪਲੇਅਰ ਗਏ, ਉਹ ਕਿੰਨੇ ਸਾਲਾਂ ਤੋਂ ਹੈ ਨੈਸਲੇ ਇੱਥੇ, ਪਰ ਸਾਡੇ ਕਿੰਨੇ ਬੰਦੇ ਸਾਡੇ ਕਹਿੰਦੇ ਉਹਨਾਂ ਦੇ EMPLOYEES ਨੇ ਕਰਦੇ। ਪਰ ਦੁੱਧ ਦਾ ਤਾਂ ਕੰਮ ਇਹ ਹੈ ਨਾ ਕਿ ਤੁਸੀਂ ਬਿਨਾਂ ਕਿਸੇ ਗੱਲ ਦੇ ਉਸੇ ਨੂੰ ਜਿਹੜੀ ਹੋਈ ਹੈ ਨਹੀਂ ਗੀ, ਹੋਣ ਵਾਲੀ ਗੱਲ, ਜਿੱਦਾਂ ਫਿਊਚਰ ਦੀ ਤੁਸੀਂ ਗੱਲਾਂ ਕਰੀ ਜਾਂਦੇ ਹੋ, ਤੁਹਾਨੂੰ ਯਾਨੀ ਜਿਹਦਾ ਫਿਊਚਰ ਦਾ ਤੁਹਾਨੂੰ 1 ਮਿੰਟ ਦਾ ਨਹੀਂ ਪਤਾ, ਇੱਥੇ ਜਾ ਕੇ ਤੁਸੀਂ ਐਕਸਪੀਰੀਅੰਸ ਤੋਂ ਕਹਿੰਦੇ ਆ ਲੋਕ ਕਿ ਬਾਕੀ ਖੇਤਰਾਂ 'ਚ ਸਾਡਾ ਅੰਬਾਨੀ ਅਡਾਨੀ ਜਦੋਂ ਬਾਕੀ ਖੇਤਰਾਂ 'ਚ ਗਏ ਨੇ, ਜਿਵੇਂ ਮੰਨ ਲਓ 에ਅਰਪੋਰਟ ਦਾ ਠੇਕਾ ਅੰਬਾਨੀ ਕੋਲ ਆ, ਬੰਦਰਗਾਹਾਂ ਦਾ ਮਿਲ ਗਿਆ, ਉਹ ਕਹਿੰਦੇ ਸਰਕਾਰ ਦੀ ਸਪੋਰਟ ਨਾਲ ਆ। ਇਹ ਸਭ ਨੂੰ ਪਤਾ ਕਿ ਅਡਾਨੀ ਹੋਰਾਂ ਦੀ, ਮੋਦੀ ਹੋਰਾਂ ਨਾਲ ਪੂਰੀ ਸਿਰੇ ਦੀ ਯਾਰੀ ਆ। ਕਿਸਾਨਾਂ ਨੂੰ ਇਹ ਫਿਕਰ ਆ ਕਿ ਇਹ 2 ਪਲੇਅਰ ਆਉਣਗੇ, ਇਹ ਆ ਕੇ ਸਾਨੂੰ ਖਤਮ ਕਰ ਦੇਣਗੇ। ਇਹ ਸਾਰਾ ਇੱਥੋਂ ਦਾ ਵਪਾਰੀ ਵੀ ਵਿਰੋਧ ਕਰ ਰਹੇ ਨੇ ਤੁਹਾਡੀ, ਉਹ ਤਾਂ ਮਤਲਬ BJP ਦੇ ਬਹੁਤ ਨੇੜਲੇ ਜਿਹੜੇ ਵਪਾਰੀ ਨੇ ਉਹ ਵਿਰੋਧ ਕਰ ਰਹੇ ਨੇ, ਆੜਤੀ ਵਿਰੋਧ ਕਰ ਰਹੇ ਨੇ। ਆੜਤੀ ਵਿਰੋਧ ਕਿਉਂ ਕਰ ਰਹੇ? ਦੇਖੋ, ਆੜਤੀ ਵਿਰੋਧ ਕਿਉਂ ਕਰ ਰਹੇ ਤੁਸੀਂ ਦੱਸ ਸਕਦੇ ਹੋ ਕਿਉਂ? ਚਲੋ ਠੀਕ ਆ, ਉਹਨਾਂ ਦਾ ਕਮਿਸ਼ਨ ਸਿਸਟਮ ਆ। ਕਮਿਸ਼ਨ ਦੇ ਨਾਲ ਨਹੀਂ ਉਹ ਜਿਉਂਦੇ। ਆੜਤੀ ਦਾ ਜਿਹੜਾ ਮਸਲਾ ਹੈ ਨਾ, ਆੜਤੀ ਕਰਦਾ ਜਿਹੜੇ ਉਹਦੇ ਗਾਹਕ ਨੇ ਨਾ, ਆਮ ਤੌਰ 'ਤੇ ਹਰ ਇੱਕ ਆੜਤੀ ਦੇ ਨਾਲ ਕੋਈ 100-200 ਬੰਦਾ ਲੱਗਿਆ ਹੁੰਦਾ ਆਲੇ ਦੁਆਲੇ ਦਾ। ਉਹ ਉਹਨਾਂ ਦੇ ਕੋਲੋਂ ਉਹ ਐਡਵਾਂਸ ਦਿੰਦਾ, ਉਹਨੂੰ ਆਂਦਾ ਮੇਰੇ ਘਰ ਦਾ ਵਿਆਹ ਵੀ ਮੈਨੂੰ ਇਹਨੇ ਦੇ ਦਿਓ, ਔਰ ਉਹ ਵਿਆਜ ਲੈਂਦੇ, ਔਰ ਵਿਆਜ ਦੈਟ ਇਜ਼ ਐਕਸੋਰਬਿਟੈਂਟ, 3% ਮਹੀਨੇ ਦਾ, ਇਹਨੇ 30-35-36% ਸਾਲ ਦਾ ਲੈਂਦੇ ਆ, ਕਿ ਜਦੋਂ ਕਿ ਤੁਹਾਨੂੰ ਸਭ ਤੋਂ ਵੱਡਾ ਸ਼ੋਸ਼ਣ ਤੁਹਾਨੂੰ ਲੱਗਦਾ ਆੜਤੀ ਕਰਦੇ? ਫਿਰ ਕਰਦੇ ਨਾ, ਗਲਤ ਹੈ, ਦਿਸ ਇਜ਼ ਰੋਂਗ। ਉਹ ਸੁਧਾਰ ਕਰਨ ਵਾਲੇ ਤੇ ਅਲਟਰਨੇਟਿਵ ਕੀ ਹੋਊਗਾ? ਹੈ ਬਦਲ ਕੀ ਹੈ? ਫਿਰ ਬਦਲ ਤੇ ਇਹ ਵੀ ਇਹਦੇ ਤੇ ਲੋਕਾਂ ਨੂੰ ਤਾਂ ਲੋੜ ਪੈਂਦੀ ਹੈ ਪਿੰਡ ਵਾਲਿਆਂ ਨੂੰ ਪੈਸੇ ਦੀ, ਠੀਕ ਹੈ, ਪਰ ਉਹ ਇਹ ਤੇ ਹੁਣ ਇਹ ਬਦਲ ਕੋਈ ਹੈ ਨਹੀਂਗਾ ਐਸਾ। ਮੈਂ ਤੇ ਕਹਿੰਦਾ ਵੀ ਇਹ ਦਿਸ ਸ਼ੁੱਡ ਰਿਮੇਨ, ਪਰ ਇਹ ਜਿਹੜੀਆਂ ਗਲਤ ਚੀਜ਼ਾਂ ਨੇ ਉਹ ਤੇ ਸੁਧਾਰਨੀਆਂ ਚਾਹੀਦੀਆਂ ਨਾ ਕਿ ਨਹੀਂ? ਉਹ ਹੁਣ ਹਰ ਇੱਕ ਆ ਕੇ ਮੋਦੀ ਕਰੇਗਾ ਕਿਆ? ਅਰੇ ਵੀ ਸਾਡੀ ਪੰਜਾਬ ਗੌਰਮੈਂਟ ਹੈ, ਪੰਜਾਬ ਗੌਰਮੈਂਟ ਦੇ ਦਾਇਰੇ ਕਿੰਨੇ ਹੈ? ਦੇਖੋ ਮੇਰੀ ਗੱਲ ਸੁਣ, ਮਾਰਕਫੈਡ ਹੈ, ਐਗਰੋ ਇੰਡਸਟਰੀਜ਼ ਹੈ, ਹੋਰ ਵੀ ਇੱਦਾਂ ਦੇ ਨਾਲ ਇੰਡਸਟਰੀਜ਼ ਨਾਲ ਜੁੜੀਆਂ ਹੋਈਆਂ, ਐਗਰੋ ਦੇ ਨਾਲ ਜੁੜੀਆਂ ਹੋਈਆਂ ਕਿੰਨੀਆਂ ਹੀ ਸੰਸਥਾਵਾਂ ਨੇ। ਅੱਜ ਕੀ ਕਰਦੀਆਂ ਉਹ ਕੁਝ ਕਰਦੀਆਂ ਪ੍ਰੈਕਟੀਕਲੀ? ਵਾਟ ਆਰ ਦੇ ਆਰ ਡੂਇੰਗ? ਕੁਝ ਨਹੀਂ ਕਰ ਰਹੀਆਂ। ਯਾਨੀ ਜੇ ਹੁਣ ਤੁਹਾਡੇ ਕੋਲ ਮਾਰਕਫੈਡ ਦੀਆਂ ਕਈ ਚੀਜ਼ਾਂ ਤੁਹਾਡੇ ਕੋਲ ਬਣੇ ਹੋਏ ਨੇ, ਪੁਰਾਣੇ ਚਲੇ ਆਉਂਦੇ, ਜਿਹੜੀ ਕੋਈ ਚੀਜ਼ਾਂ ਉਹ ਹੀ ਹੈਗੀਆਂ ਨੇ ਸਿਰਫ, ਉਹ ਵੀ ਹਾਲੀ ਪੂਰੀਆਂ ਮੇਰੇ ਖਿਆਲ। ਹੁਣ ਇਹ ਜਿਹੜੀਆਂ ਚੀਜ਼ਾਂ ਨੇ, ਬਾਕੀ ਚੀਜ਼ਾਂ ਨੇ, ਜੇ ਹੁਣ ਕੱਲ੍ਹ ਉਹਨਾਂ ਨੇ ਬਿੱਲ ਪਾਸ ਕੀਤਾ ਵੀ ਆਓ ਸਰਕਾਰ ਕਵੇ ਠੀਕ ਹੈ ਜੀ ਅਸੀਂ ਖਰੀਦਾਂਗੇ, ਪੰਜਾਬ ਸਰਕਾਰ ਵੀ ਤਾਂ ਕਰ ਸਕਦੀ ਹੈ ਕਿ ਨਹੀਂ? ਕਿਉਂ ਸੈਂਟਰ ਖਰੀਦੇ ਸਾਰਾ ਕੁਝ? ਤੁਸੀਂ ਖਰੀਦੋ, ਪੰਜਾਬ ਕਿਉਂ ਨਹੀਂ ਖਰੀਦ ਸਕਦਾ? ਪਰ ਸ਼ੁਰੂ ਤੋਂ ਇੱਕ ਸਿਸਟਮ ਰਿਹਾ ਨਾ ਪੰਜਾਬ, ਠੀਕ ਹੈ, ਉਹ ਸ਼ੁਰੂ ਤੋਂ ਇੱਕ ਸਿਸਟਮ ਬਣਿਆ ਹੋਇਆ ਸੈਂਟਰ ਦਾ, ਨਹਿਰੂ ਤੋਂ ਲੈ ਕੇ ਹੁਣ ਤੱਕ। ਨਹਿਰੂ ਦੇ ਵੇਲੇ ਨਹੀਂ ਸੀਗਾ, ਬਾਅਦ ਚ ਬਣਿਆ। ਮੇਰਾ ਮਤਲਬ ਉਹ ਦੇਖੋ ਹੌਲੀ ਹੌਲੀ ਬਣਦਾ ਆਇਆ ਨਾ। ਕਣਕ ਤੇ ਚੌਲ ਹੀ ਤੇ ਚੱਲਦਾ ਸੀਗਾ, ਬਾਕੀ ਚੀਜ਼ਾਂ ਤੇ ਜਿਹੜੀ MSP ਹੈ ਅੱਗੇ ਵੀ ਰਹਿੰਦੀ ਰਹੀ ਹੈ ਇੱਦਾਂ ਹੀ, ਪਰ ਉਹ ਸਰਕਾਰ ਖਰੀਦਦੀ ਨਹੀਂ। ਕਿਤੇ ਖਰੀਦਦੀ ਹੋਏਗੀ ਸ਼ਾਇਦ, ਮੈਨੂੰ ਪਤਾ ਨਹੀਂ ਹੈ ਕਿਹੜੀ ਥਾਵਾਂ ਤੇ, ਸ਼ਾਇਦ ਮੇਰਾ ਖਿਆਲ ਹੈ ਰਾਜਸਥਾਨ 'ਚ ਸ਼ਾਇਦ ਕੋਈ। ਤੇ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਪੜ੍ਹੀ ਹੈ? ਨਹੀਂ, ਮੈਂ ਨਹੀਂ ਪੜ੍ਹੀ।
ਸ਼ਾਂਤਾ ਕੁਮਾਰ ਬੀਜੇਪੀ ਦੇ ਵੱਡੇ ਲੀਡਰ ਨੇ, ਮੈਂ ਪੜ੍ਹਾ ਬਤਾ ਮੈਨੂੰ ਆਰਐਸਐਸ ਨਾਲ ਵੀ ਜੁੜੇ ਰਹੇ ਨੇ। ਵਿਦਿਆਰਥੀ ਸ਼ਾਂਤਾ ਰਾਮ ਕਮੇਟੀ ਦੀ ਰਿਪੋਰਟ ਕਹਿੰਦੀ ਹੈ ਕਿ ਐਫਸੀਆਈ ਖਤਮ ਹੋਣੀ ਚਾਹੀਦੀ ਹੈ, ਐਫਸੀਆਈ ਸਰਕਾਰ ਤੇ ਬਰਡਨ ਆ। ਕਿ ਮੈਂ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ, ਤੁਸੀਂ ਪੜ੍ਹਦੇ ਹੋ ਰਿਪੋਰਟ। ਹੋ ਸਕਦਾ ਕੀ ਹੋਇਆ ਉਹਨੇ, ਫਿਰ ਇਹੀ ਤਾਂ ਕਿਸਾਨ ਕਹਿ ਰਿਹਾ ਹੈਗਾ ਕਿ ਸਾਰੀਆਂ ਚੀਜ਼ਾਂ ਪੈਰਲਲ ਚੱਲ ਰਹੀਆਂ। ਕਦੋਂ ਰਿਪੋਰਟ ਦਿੱਤੀ ਸੀ ਉਹਨੇ? ਇਹ ਪਿਛਲੀ ਸਰਕਾਰ 'ਚ ਹੈ। ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ 'ਚ ਜਦੋਂ ਇਸ ਗੱਲ ਦਾ ਜ਼ਿਕਰ ਹੁੰਦਾ, ਕਿਸਾਨ ਇਹ ਕਹਿ ਰਿਹਾ ਸਾਡੇ ਲਈ ਕਾਂਗਰਸ, ਜੇ ਗਾਂਧੀ ਪਰਿਵਾਰ ਹੁੰਦਾ ਉਹਨੇ ਵੀ ਇਹੀ ਕਰਨਾ ਸੀ, ਮੋਦੀ ਵੀ ਇਹੀ ਕਰ ਰਿਹਾ। ਇੱਕ ਪਾਲਿਸੀਜ਼ ਨੇ, ਇਹ ਉਹ ਕਹਿ ਰਹੇ ਨੇ ਕਿ ਇੱਕ ਪਾਸਿਓਂ ਹਮਲਾ ਨਹੀਂ ਹੋ ਰਿਹਾ, ਇੱਕ ਪਾਸੇ ਕਹਿ ਰਿਹਾ ਐਫਸੀਆਈ ਬਰਡਨ ਆ ਗਵਰਨਮੈਂਟ ਤੇ। ਐਸਾ ਹੈ ਕਿ ਐਫਸੀਆਈ ਦੇਖੋ, ਇਹ ਸਾਰੀ ਜਿਹੜੀ ਹੈ ਨਾ, ਇਹ ਸਟ੍ਰੈਟਜੀ ਆਮ ਤੌਰ ਤੇ ਜਿਹੜੀ ਸਾਰੀ ਇਹਨਾਂ ਦੇ ਦਿਸ ਇਜ਼ ਕੈਪੀਟਲਿਸਟ, ਦਿਸ ਇਜ਼ ਲੇਬਰ। ਇਹ ਕੈਪੀਟਲਿਜ਼ਮ ਔਰ ਲੇਬਰ ਜਿਹੜੀ ਤੇ ਤਲਕ ਜਿਹੜੀ ਹੈ ਨਾ, ਇਹ ਕਮਿਊਨਿਸਟਾਂ ਦੀ ਸਾਰੀ ਜਿਹੜੀ ਹੈ, ਇਹ ਉਹ ਸ਼ੁਰੂ ਤੋਂ ਉੱਦਾਂ ਚੱਲਿਆ ਰਿਹਾ। ਉਹਨਾਂ ਨੇ ਕਿਤੇ ਵੀ ਕਦੀ ਵੀ ਹਰ ਥਾਂ ਤੇ ਹਰ ਮੁਲਕ 'ਚ ਇਹੋ ਹੀ ਚੀਜ਼ ਉਹਨਾਂ ਦੀ ਬਣਦੀ ਰਹੀ ਹੈ, ਇੱਦਾਂ ਹੀ ਕਰਦੇ ਰਹੇ ਹੈ। ਆਪਾਂ ਹੁਣ ਇਸ ਗੱਲ ਦੇ ਉੱਤੇ ਆ ਜਾਈਏ ਥੋੜ੍ਹਾ ਜਿਹਾ। ਜਿਹੜੀ ਐਫਸੀਆਈ ਹੈ, ਐਫਸੀਆਈ ਦੇ ਬਾਰੇ ਇਹ ਸ਼ਾਂਤਾ ਕਮੇਟੀ ਦੀ ਰਿਪੋਰਟ ਕਹਿੰਦੀ ਹੈ ਕਿ ਐਫਸੀਆਈ ਬਰਡਨ ਆ। ਤੁਹਾਨੂੰ ਲੱਗਦਾ ਐਫਸੀਆਈ ਖਤਮ ਹੋਣੀ ਚਾਹੀਦੀ ਹੈ? ਤੁਸੀਂ ਕਹੋਗੇ ਇਹ ਸਰਕਾਰ ਨੂੰ ਜਾਂ ਪ੍ਰਧਾਨ ਮੰਤਰੀ ਮੋਦੀ ਨੂੰ ਕਿ ਐਫਸੀਆਈ ਬਿਲਕੁਲ ਖਤਮ ਨਹੀਂ ਹੋਣੀ ਚਾਹੀਦੀ? ਕਿਉਂਕਿ ਲੋਕਾਂ ਦਾ ਖਦਸ਼ਾ ਸਰ, ਇਹ ਖਦਸ਼ੇ ਨੇ ਲੋਕਾਂ ਦੇ ਮਨ 'ਚ, ਕਿਸਾਨਾਂ ਦੇ ਮਨ 'ਚ ਖਦਸ਼ੇ ਨੇ। ਇਹ ਪਿਛਲੇ 25 ਸਾਲਾਂ ਤੇ ਨਹੀਂ ਹੋਈ, ਹੁਣ ਖਦਸ਼ੇ ਕਿਉਂ ਆ ਰਹੇ? ਵੀ ਹੁਣ ਕੀ ਗੱਲ, ਕਿਹੜੀ ਗੱਲੋਂ ਖਦਸ਼ੇ ਆ ਰਹੇ? ਇਹ ਉਹੀ ਬੰਦੇ ਜਿਹਨਾਂ ਨੂੰ ਗਲਤ ਪਾਸੇ ਲਗਾ ਰਹੇ ਆ। ਕੋਈ ਜਦੋਂ ਕਹਿੰਦੇ ਵੀ ਅਸੀਂ ਖਰੀਦਦੇ ਰਵਾਂਗੇ, ਐਫਸੀਆਈ ਵੀ ਰਹੇਗੀ, ਐਮਐਸਪੀ ਵੀ ਰਹੇਗੀ, ਤਾਂ ਉਹ ਤੇ ਕੋਈ ਬਾਕੀ ਜਿਹੜੀਆਂ ਨੇ ਛੋਟੀ ਮੋਟੀ ਗੱਲਾਂ ਜਿਹੜੀਆਂ ਹੁੰਦੀਆਂ ਜੀ, ਉਹ ਬੈਠ ਕੇ ਕਈ ਵਾਰੀ ਹੋ ਜਾਂਦੀਆਂ। ਇਹ ਜਦੋਂ ਉਹ ਕਹਿੰਦੇ ਵੀ ਤੁਸੀਂ ਆਓ ਮੇਰੇ ਨਾਲ ਗੱਲ ਕਰੋ, ਗੱਲ ਕਰਨ ਨੂੰ ਤਿਆਰ ਨਹੀਂ ਗਏ ਸੈਕਟਰੀ ਲੈਵਲ। ਆਖਿਰਕਾਰ ਦੇਖੋ ਹੁਣ ਗੱਲ ਉੱਥੇ ਤੁਹਾਡਾ ਚਾਈਨਾ ਬਾਰਡਰ 'ਤੇ ਗੱਲ ਹੋ ਰਹੀ ਹੈ, ਕਿਹਦੀ ਹੋ ਰਹੀ ਹੈ? ਹੁੰਦੀ ਹੈ ਨਾ, ਗੱਲਬਾਤ ਹੋ ਰਹੀ ਹੈ। ਅੱਜ ਕਿਤੇ ਹੋਈ ਹੈ ਜੀ, ਅੱਜ ਥੱਲੇ ਜਿਹੜੇ ਉਹ ਬ੍ਰਿਗੇਡੀਅਰ ਲੈਵਲ ਦੀ ਹੋਈ, ਉਸ ਦੇ ਬਾਅਦ ਕਿਤੇ ਉਹ ਜਿਹੜੇ ਕਮਾਂਡੈਂਟ ਸੀ ਉਹਨਾਂ ਦੀ ਹੋਈ, ਫਿਰ ਕਿਤੇ ਲੋੜ ਪੈਂਦੀ ਹੈ ਅਤੇ ਅੱਗੋਂ ਜਿਹੜੇ ਉਸ ਤੋਂ ਉੱਪਰ ਹੁੰਦੇ, ਹਮੇਸ਼ਾ ਹੀ ਇੱਦਾਂ ਹੁੰਦੀਆਂ। ਸਰਕਾਰ ਦੀ ਅੱਜ ਸਿੱਧੀ ਜੀ ਸਾਡੇ ਕੋਲ ਪ੍ਰਾਈਮ ਮਿਨਿਸਟਰ ਹੀ ਆ ਕੇ ਗੱਲ ਕਰੇ, ਹੁੰਦਾ ਥੋੜ੍ਹੀ ਇੱਦਾਂ। ਇਹ ਜਸਟ ਮਤਲਬ ਇਹ ਲੋਕਾਂ ਨੂੰ ਐਵੇਂ ਜਾਣ ਕੇ ਭੜਕਾਉਣ ਦੇ ਵਾਸਤੇ ਸਾਰਾ ਕੁਝ ਹੋ ਰਿਹਾ। ਜਿੱਦਾਂ ਮੰਨ ਲਓ ਇਹ ਕਮਿਊਨਿਸਟ ਸਾਰੇ ਜੇ, ਔਰ ਸਰਕਾਰ ਜਿਹੜੀ ਹੈ ਅੱਜ ਕਾਂਗਰਸ ਸਰਕਾਰ ਜਿਹੜੀ ਹੈ, ਉਹਨਾਂ ਨੂੰ ਲੱਗਦਾ ਕਿ ਵੀ ਇਹ ਸਾਨੂੰ ਇਹ 'ਚ ਉਹ ਵੋਟਾਂ ਦੀ ਗਿਣਤੀ 'ਚ ਫਾਇਦਾ ਹੈ। ਹੁਣ ਜਿੱਦਾਂ ਅਕਾਲੀ ਤਾਂ ਤੁਹਾਡੇ ਭਾਈਵਾਲ ਸੀਗੇ, ਉਹ ਕਿਉਂ ਛੱਡ ਗਏ? ਮੇਰੇ ਭਾਈਵਾਲ ਨਹੀਂ ਸੀ, ਬੀਜੇਪੀ ਦੇ ਭਾਈਵਾਲ ਹੋਣਗੇ, ਤੇ ਉਹ ਛੱਡ ਕੇ ਇਸੇ ਕਰ ਹੀ ਆਏ ਨਾ। ਉਹ ਹੁਣ ਜਦੋਂ ਉਹ ਉੱਥੇ ਵਿੱਚ ਸੀਗੇ, ਜੇ ਉਹਨਾਂ ਬੰਦਿਆਂ ਨੂੰ ਬੀਜੇਪੀ ਸਮਝਾ ਸਕੀ ਜਿਹੜੇ ਬੀਜੇਪੀ ਦੇ ਨਾਲ ਸੀ, ਐਸਾ ਸਮਝਾਉਣ ਦੀ ਗੱਲ ਨਹੀਂ ਸੀਗੀ। ਉਹ ਆਰਡੀਨੈਂਸ ਦੇ ਵੇਲੇ ਵਿੱਚ ਸੀ, ਉਹਦੇ ਬਾਅਦ ਵੀ ਜਿਹੜੀਆਂ ਗੱਲਾਂ ਹੋਈਆਂ ਉਹਦੇ ਵਿੱਚ ਸੀਗੇ, ਲਾਜ ਜਦੋਂ ਬਣਿਆ ਉਦੋਂ ਵੀ ਵਿੱਚ ਸੀਗੇ। ਇਹ ਸੁਖਬੀਰ ਵੀ ਉੱਥੇ ਹੀ ਸੀਗਾ। ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ, ਹੋ ਸਕਦਾ ਵੀ ਜਿਹੜੇ ਉਹਨੇ ਉਹਦੀ ਵੋਟੀ ਨੇ ਨਾ ਦੱਸਿਆ, ਉਹ ਸ਼ੀ ਵਾਜ਼ ਕੈਬਨਿਟ ਮਿਨਿਸਟਰ, ਅਤੇ ਕੈਬਨਿਟ ਮਿਨਿਸਟਰ ਦੇ ਕੈਬਨਿਟ ਦੇ ਵਿੱਚ ਜਿਸ ਵੇਲੇ ਉਹ ਸਾਰੇ ਹੋਏ ਨੇ, ਉਹ ਉੱਥੇ ਹੀ ਸੀਗੀ। ਉਹਨਾਂ ਨੂੰ ਜਿਸ ਵੇਲੇ ਲੱਗਾ ਜੀ ਵਾਤਾਵਰਨ ਸਾਰੇ ਕਿਸਾਨ ਇੱਧਰ ਹੋ ਜਾਂਦੇ ਪਏ ਨੇ, ਸਾਡੀ ਜੱਟਾਂ ਦੇ ਨਾਲ ਸਾਡੀ ਸਾਂਝ ਹੈਗੀ ਹੈ, ਸਾਡੇ ਹੈ ਕਿ ਉਹ ਸਾਡੇ ਖਿਲਾਫ ਹੋਏ, ਸਾਡੇ ਕਿ ਚਲੋ ਵਾਪਸ ਆਓ ਲੋਕ। ਇਹ ਚਲੋ ਵਿਰੋਧੀਆਂ ਨੇ ਤਾਂ ਬੀਜੇਪੀ ਖਿਲਾਫ ਪ੍ਰਚਾਰ ਕਰਨਾ ਸੀ, ਆਪਾਂ ਇਹ ਮੰਨ ਲੈਂਦੇ ਹਾਂ। ਇਹ ਤਾਂ ਆਪਣੇ ਸੀਗੇ, ਆਪਣੇ ਕਿਉਂ ਦੂਰ ਹੋ ਗਏ ਤੁਹਾਡੇ ਤੋਂ? ਅਲਾਈਅੰਸ ਪਾਰਟਨਰ ਤੁਹਾਡੇ ਆਪਣੇ ਸੀ। ਉਹਨਾਂ ਨੂੰ ਪੁੱਛਿਆ ਜਾਏ ਮੈਨੂੰ ਇਹਦੇ ਬਾਰੇ ਕੀ ਕਹਿ, ਮੈਨੂੰ ਲੱਗਿਆ ਵੀ ਭਾਈ ਇਹ ਗੱਲ ਗਲਤ ਆ, ਆਹੀ ਹੋਏ ਹੋਣਗੇ ਨਾ। ਗਲਤ ਉਹਨਾਂ ਨੂੰ ਐਸਾ ਉਹਨਾਂ ਨੂੰ ਲੱਗਾ ਕਿ ਵੀ ਅੱਜ ਸਾਨੂੰ ਵੋਟ ਇਹਦੇ ਨਾਲ ਇੱਦਾਂ ਨਹੀਂ ਮਿਲਣੇ, ਸਾਨੂੰ ਵੋਟ ਇੱਦਾਂ ਮਿਲਣੇ ਸਾਰੇ। ਮੈਂ ਤੁਹਾਨੂੰ ਦੱਸਿਆ ਵੀ ਇਹ ਐਸਾ ਕੰਮ ਜਿਹੜੇ ਨੇ ਉਹ ਆਪਣੇ ਵੋਟਾਂ ਦੀ ਗਿਣਤੀ, ਕਮਿਊਨਿਸਟ ਹੈ ਕੁਛ, ਜਦ ਬਹੁਤੇ ਜਿਹੜੇ ਨੇ ਉਹ ਲਾਲ ਝੰਡੇ ਵਾਲੇ। ਤੁਹਾਨੂੰ ਕੀ ਲੱਗਦਾ ਖਾਲਿਸਤਾਨੀ ਤੇ ਕਮਿਊਨਿਸਟ ਇੱਕ ਫਰੰਟ ਤੇ ਇਕੱਠੇ ਹੋ ਗਏ? ਹੋ ਸਕਦਾ ਉਹਨਾਂ ਨੂੰ ਜਿਹੜਾ ਵੀ ਦੇਖੋ ਨਾ, ਗੱਲ ਇਹ ਹੁੰਦੀ ਹੈ ਵੀ ਜਿਸ ਵੇਲੇ ਨਾ ਉਹ ਕੀ ਹੈ ਵੀ ਉਹ ਐਨੀਮੀ ਜਿਹੜੇ ਹੁੰਦੇ ਨਾ, ਐਨੀਮੀ ਆਫ ਐਨੀਮੀ ਦੇਅਰ ਫਰੈਂਡਸ। ਜੇ ਮੇਰਾ ਵੀ ਐਨੀਮੀ ਹੈ, ਤੁਹਾਡਾ ਵੀ ਐਨੀਮੀ ਹੈ, ਅਤੇ ਉਹ ਆਪਸ ਫਰੈਂਡ ਹੋ ਜਾਂਦੇ। ਉਹ ਇਹੋ ਹੀ ਗੱਲ ਆ ਅੱਜ ਕੱਲ੍ਹ। ਉਹਨਾਂ ਨੂੰ ਲੱਗਦਾ ਵੀ ਤੁਹਾਨੂੰ ਲੱਗਦਾ ਪੰਜਾਬ 'ਚ ਖਾਲਿਸਤਾਨੀ ਤੇ ਕਾਮਰੇਡ ਇੱਕ ਫਰੰਟ ਤੇ ਨੇ? ਹਾਂ, ਦੇ ਆਰ ਬਿਲਕੁਲ ਹੈਗੇ ਨੇ, ਐਸਾ ਹੀ ਲੱਗਦਾ। ਹੁਣ ਉਹ ਮਤਲਬ ਇਹ ਅੱਜ ਕੋਈ ਵਾਤਾਵਰਨ ਮੁਲਕ ਦਾ ਲੱਗਦਾ ਖਾਲਿਸਤਾਨੀ ਤੇ ਕਾਮਰੇਡ ਮਿਲ ਕੇ ਬੀਜੇਪੀ ਦਾ ਵਿਰੋਧ ਕਰ ਰਹੇ ਨੇ? ਬੀਜੇਪੀ ਦਾ ਕਰਦੇ, ਜਾਂ ਗੱਲ ਇਹ ਹੈ ਵੀ ਉਹਨਾਂ ਨੂੰ ਲੱਗਦਾ ਹੈ ਵੀ ਅੱਜ ਇਹ ਸਾਰੀ ਜਿਹੜੀ ਲੌਬੀ ਹੈ ਜਿਹੜੀ ਹੈ, ਉਹਨੂੰ ਲੱਗਦਾ ਹੈ ਮੋਦੀ ਸਾਡਾ ਮਤਲਬ ਸਾਡੇ ਵਾਸਤੇ ਦੁਸ਼ਮਣ ਹੈ, ਇਹਦੀ ਪਾਲਿਸੀ ਸਾਡੇ ਜਿਹੜੇ ਵਾਸਤੇ ਚੰਗੀਆਂ ਨਹੀਂ ਲੱਗਦੀਆਂ। ਹੁਣ ਉਹਨਾਂ ਨੂੰ ਉਹਦੇ ਕਰਕੇ ਹੁਣ ਜਿਹੜੀਆਂ ਕੁਛ ਉਹਨੇ ਕੰਮ ਕੀਤੇ ਹੈ ਸਾਰੇ ਇਹੋ ਨਹੀਂ। ਅੱਜ ਤੁਸੀਂ ਪਿੰਡਾਂ 'ਚ ਵੀ ਜਾ ਕੇ ਪਤਾ ਤਾਂ ਪਰ ਪਹਿਲਾਂ ਤਾਂ ਨਹੀਂ ਮੋਦੀ ਦਾ, ਦੇਖੋ ਜਿਹੜਾ ਮੋਦੀ ਦਾ ਇੰਨਾ ਜ਼ਬਰਦਸਤ ਵਿਰੋਧ ਹੋਇਆ ਤਾਂ ਕਿਸਾਨ ਬਿਲਾਂ 'ਤੇ ਹੋਇਆ ਨਾ। ਐਸਾ ਨਹੀਂ, ਦਿੱਲੀ ਕੀ ਹੋਇਆ? ਉਹ ਦਿੱਲੀ ਦੀ ਲੱਗਣੀ, ਪੰਜਾਬ ਦੀ ਗੱਲ ਕਰ ਰਹੇ ਆਪਾਂ, ਪੰਜਾਬ ਦੀ ਗੱਲ ਕਰ ਰਹੇ ਹਾਂ। ਨਹੀਂ ਦਿੱਲੀ ਇੱਥੋਂ ਵੀ ਗਏ ਸੀ ਉਦੋਂ,
ਸੀਏ ਦੇ ਵਾਸਤੇ, ਸੀਏ ਦੇ ਉਹਦੇ ਵਿੱਚ ਵੀ ਪੰਜਾਬ ਦੇ ਵੀ ਗਏ ਸੀ ਨਾ ਕਿ ਨਹੀਂ? ਤੁਹਾਨੂੰ ਪਤਾ ਹੋਏਗਾ। ਬਿਲਕੁਲ ਗਏ ਆ। ਕਿਉਂ ਗਏ ਉਹ? ਪੰਜਾਬ ਦਾ ਮਸਲਾ ਤਾਂ ਨਹੀਂ ਸੀ ਉਹ। ਅਰੇ ਪੰਜਾਬ ਦਾ ਮਸਲਾ ਤਾਂ ਸੀਗਾ ਸਗੋਂ ਕਿ ਵੀ ਉਹ ਉੱਥੇ ਜਿਹੜੇ ਪੰਜਾਬ 'ਚ ਜਿਹੜੇ ਲੋਕੀ ਉੱਥੇ ਸਿੱਖ ਜਾਂ ਜਿਹੜੇ ਉੱਥੇ ਉਹ ਕ੍ਰਿਸਚਨ ਨੇ, ਸਿੱਖ ਨੇ, ਹਿੰਦੂ ਨੇ, ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਸਿਟੀਜ਼ਨਸ਼ਿਪ ਦੇ ਦਾਂਗੇ। ਔਰ ਉਹਦੇ ਵਾਸਤੇ ਉਸ ਬਿੱਲ ਦੀ ਕਿਹੜੀ ਗੱਲੋਂ ਆਪੋਜੀਸ਼ਨ ਹੋਈ ਬਈ? ਕਿਉਂਕਿ ਉਹਨੂੰ ਲੱਗਿਆ ਵੀ ਹਾਂਜੀ ਇਹ ਮੁਸਲਮਾਨ ਨੂੰ ਵਿੱਚ ਨਹੀਂ ਜੋੜਿਆ। ਇਹ ਮੁਸਲਮਾਨ ਨੂੰ ਜੋੜਨ ਦੀ ਕੀ ਮਤਲਬ ਹੈ ਉਹਦੇ 'ਚ? ਉਹ ਇਹਦੇ ਵਿੱਚ ਵੀ ਇੱਥੋਂ ਉੱਥੇ ਚਲੇ ਗਏ। ਇਹ ਦੇਖੋ, ਇਹ ਆਪੋਜੀਸ਼ਨ ਜਿਹੜੀ ਹੈ ਨਾ, ਇਹ ਕੁਛ ਮਤਲਬ ਇਹ ਹੈ ਵੀ ਇਹ ਸਭ ਥਾਂ ਤੇ ਇਦਾਂ ही है। ये रहा मेरे स्वाद का साथी वावा ब्रांड मसाले। वावा ब्रांड मसाले, स्वाद जो रह जाए याद।